ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਹਰ ਰੋਜ਼ ਦੀ ਤਰ੍ਹਾਂ ਸ਼ਾਮ ਦੇ ਸਮੇਂ ਮਹਾਰਾਜ ਨੇ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਜੋ ਲੜੀਵਾਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਦਸਾਂ ਪਾਤਸ਼ਾਹੀਆਂ ਦਾ ਸੋਹਣਾ ਸੁੰਦਰ ਇਤਿਹਾਸ, ਜੋ ਕਿ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਕਵੀ ਸੰਤਰੇਣ ਪ੍ਰੇਮ ਸਿੰਘ ਜੀ ਤ੍ਰੇਹਣ ਬੰਸ, ਜਿਨ੍ਹਾਂ ਨੇ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਛੰਦਾਬੰਦੀ ਅੰਦਰ ਲਿਖਿਆ ਹੈ, ਜੋ ਬਹੁਤ ਹੀ ਮਹਾਨ ਇਤਿਹਾਸਕ ਗ੍ਰੰਥ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਹੈ, ਪਹਿਲੇ ਮਹੱਲੇ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਔਰ ਰਹਿਮਤ ਦਾ ਸਦਕਾ ਕੱਲ 27ਵੇਂ ਘਰ ਦੀ ਕਥਾ ਔਰ ਨਾਲ ਹੀ 28ਵੇਂ ਘਰ ਦੇ ਪ੍ਰਸੰਗ, ਜੋ ਗਰੀਬ ਨਵਾਜ ਪਾਤਸ਼ਾਹ ਜੀ ਨਾਨਕ ਮੱਤਾ ਸਾਹਿਬ ਗਏ, ਕਿਵੇਂ ਰੀਠੇ ਨੂੰ ਮਿੱਠਾ ਕੀਤਾ ਮਹਾਰਾਜ ਨੇ। ਔਰ ਅੱਜ ਵੀ ਇਹ ਗੱਲ ਪ੍ਰਤੱਖ ਹੈ, ਗੁਰਮੁਖੋ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਮਿੱਠੇ ਕੀਤੇ ਸਨ ਰੀਠੇ, ਉਹ ਫਿਰ ਜਿੱਥੇ ਜਿੱਥੇ ਉਹਨਾਂ ਦੇ ਬੀਜ ਲੱਗ ਗਏ, ਉਹ ਅੱਗਿਓਂ ਜਿਹੜੇ ਰੀਠੇ ਹੋਏ ਉਹ ਮਿੱਠੇ ਪੈਦਾ ਹੋਏ। ਔਰ ਉਸ ਉਪਰੰਤ ਫਿਰ ਥਾਂ ਥਾਂ ਜੰਗਲ ਵਿੱਚ ਸਨ। ਪੁਰਾਣੇ ਸਮਿਆਂ ਵਿੱਚ ਜੰਗਲਾਂ ਵਿੱਚ ਜਾਣ ਵਾਲੇ ਉਹ ਲੋਕ, ਉਹਨਾਂ ਨੂੰ ਕਿਹਾ ਹੁੰਦਾ ਸੀ, ਉੱਥੇ ਜਿਹੜੇ ਸਾਧੂ ਗੁਰਮੁਖ ਕਾਰ ਸੇਵਾ ਕਰਵਾਉਂਦੇ ਸੀ, ਉਹਨਾਂ ਨੇ ਜਿੱਥੋਂ ਕਿਤੋਂ ਲੱਭਣੇ ਕੋਈ ਜਗ੍ਹਾ ਜਗ੍ਹਾ ਤੇ, ਕਿਉਂਕਿ ਜੋਗੀਆਂ ਨੇ ਜਿੱਥੇ ਕਿਤੇ ਰੀਠਾ ਖਾਧਾ ਉਹਦਾ ਬੀਜ ਸੁੱਟਿਆ ਹੋ ਗਿਆ। ਹੁਣ ਉਹਨਾਂ ਹੀ ਗੁਰਮੁਖੋ ਅੱਗੇ ਦੀ ਅੱਗੇ ਬੀਜਾਂ ਤੋਂ ਜਿਹੜਾ ਹੈ ਭਾਵੇਂ ਰੀਠਿਆਂ ਦਾ ਬਾਗ ਵੀ ਲਾਇਆ ਗਿਆ ਹੈ, ਭਾਵ ਉਹਨਾਂ ਰੀਠਿਆਂ ਤੋਂ ਅੱਗੇ ਜਿਹੜੇ ਰੀਠੇ ਪੈਦਾ ਹੋਏ ਉਹ ਵੀ ਮਿੱਠੇ ਹਨ। ਕਈ ਅੱਜ ਕੱਲ ਪ੍ਰਚਾਰਕ
ਜਿਹੜੇ ਹਨ ਉਹ ਮਿਸ਼ਨਰੀ ਉਹ ਇਸ ਗੱਲਾਂ ਤੇ ਇਤਰਾਜ਼ ਜਾਂ ਕਿੰਤੂ ਪਰੰਤੂ ਵੀ ਕਰਦੇ ਆ ਕਿ ਵੀ ਇੰਨੇ ਰੀਠੇ ਮਿੱਠੇ ਹੁਣ ਉੱਥੇ ਕਿਵੇਂ ਮਿਲਦੇ ਆ ਜੀ, ਪ੍ਰਸ਼ਾਦ ਦਿੰਦੇ ਆ ਰੀਠਿਆਂ ਦਾ। ਉਹ ਭਾਈ ਉਹਨਾਂ ਗਾਹਾਂ ਰੀਠਿਆਂ ਜਿਹੜੇ ਮਿੱਠੇ ਰੀਠੇ ਮਹਾਰਾਜ ਨੇ ਕੀਤੇ ਸੀ ਉਹਨਾਂ ਬੀਜਾਂ ਤੋਂ ਹੀ ਅੱਗੇ ਹੋਏ ਵੇ ਨੇ। ਤੇ ਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਇਹ ਪ੍ਰਤੱਖ ਫਿਰ ਉਹ ਮਹਾਰਾਜ ਨੇ ਪਿੱਪਲ ਵੀ ਹਰਾ ਕੀਤਾ ਹੈ। ਤੇ ਸਮਾਂ ਗੁਰਮੁਖੋ ਐਸਾ ਸਮਰੱਥ ਕਿ ਉਹ ਸਮਾਂ ਜਦੋਂ 6ਵੇਂ ਪਾਤਸ਼ਾਹ ਮਹਾਰਾਜ ਮੌਕੇ ਜਿਹੜੇ ਸਿੱਧ ਸਨ ਬਾਬਾ ਆਲਮਸਤ ਜੀ ਉੱਥੇ ਬ੍ਰਹਮ ਗਿਆਨੀ ਪੁਰਸ਼ ਰਹਿੰਦੇ ਹੁੰਦੇ, ਸੇਵਾ ਕਰਵਾਉਂਦੇ ਹੁੰਦੇ ਸੀ। ਸਿੱਧਾਂ ਨੇ ਅੱਗ ਲਾਤੀ ਸੀ ਉਸ ਦਰਖਤ ਨੂੰ। ਫਿਰ ਮਹਾਰਾਜ 6ਵੇਂ ਪਾਤਸ਼ਾਹ ਗਏ, ਉਹਨਾਂ ਨੇ ਸਿੱਧਾਂ ਨੇ ਜਦੋਂ ਬਾਬਾ ਆਲਮਸਤ ਜੀ ਨੂੰ ਕੁੱਟਿਆ ਵੀ ਸੀ ਤੇ ਸਤਿਗੁਰੂ ਪਾਤਸ਼ਾਹ ਗਏ, ਜਿੰਨੇ ਇਹ ਸਿੱਧ ਜੋਗੀ ਸਨ। ਫਿਰ ਜਦੋਂ ਸ਼ਸਤਰ ਬਸਤਰ ਸਜਾਏ ਗੁਰ ਸਿੱਖਾਂ ਦੇ ਪਹੁੰਚੇ ਮਹਾਰਾਜ, ਕਈਆਂ ਨੂੰ ਸੋਧੇ ਲਾਏ, ਫਿਰ ਇਹ ਸਿੱਧ ਭੱਜੇ ਸੀ ਉੱਥੋਂ। ਉਹ ਮਹਾਰਾਜ ਨੇ ਚੰਦਨ ਪਾ ਕੇ ਜਲ ਜਿਹੜਾ ਸੀ ਜਪਜੀ ਸਾਹਿਬ ਦਾ ਪਾਠ ਕਰਕੇ ਕਿਹਾ ਭਾਈ ਇਹਦੇ ਤੇ ਛਿੜਕ ਦਿਓ। ਉਹ ਦਰਖਤ ਤੇ ਛਿੜਕ ਦਿੱਤਾ ਸੀ ਤੇ ਉਸ ਤਰ੍ਹਾਂ ਛਿੱਟਿਆਂ ਦੇ ਵੀ ਨਿਸ਼ਾਨ ਪੱਤਿਆਂ ਤੇ ਅੱਜ ਤੱਕ ਉਵੇਂ ਬਰਕਰਾਰ ਚੱਲੇ ਆਉਂਦੇ ਆ ਔਰ ਦਰਖਤ ਉਹ ਹਰਾ ਭਰਾ ਹੋਇਆ। ਗੁਰੂ ਪਾਤਸ਼ਾਹ ਮਹਾਰਾਜ ਦੀਆਂ ਇਹ ਬਰਕਤਾਂ ਨੇ। ਇਹ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਜਿਹੜੇ ਅਯੁੱਧਿਆ ਪਹੁੰਚੇ, ਜਿੱਥੇ ਪੰਡਤ ਜਿਹੜੇ ਸਨ ਉਹ ਇਕੱਤਰ ਹੋਏ ਆ ਵਿਚਾਰ ਚਰਚਾ ਕਰਨ ਵਾਸਤੇ। ਕਿਹਾ ਕਿ ਮਹਾਰਾਜ ਇਹ ਦੱਸੋ ਗੁਰੂ ਕਿੰਨੇ ਪ੍ਰਕਾਰ ਦਾ ਹੈ। ਮਹਾਰਾਜ ਕਹਿੰਦੇ ਇੱਕ ਪੰਡਤ ਗੁਰੂ ਹੁੰਦਾ ਹੈ, ਇੱਕ ਅਵਧੂਤ ਗੁਰੂ ਹੁੰਦਾ, ਇੱਕ ਮਹਾਂਪੁਰਖ ਗੁਰੂ ਹੁੰਦਾ ਹੈ। ਇਹਨਾਂ ਦੇ ਲੱਛਣ ਜਿਹੜਾ ਪੰਡਤ ਗੁਰੂ ਹੈ ਉਹਨੂੰ ਜਾਣਕਾਰੀ ਸੋਝੀ ਹੁੰਦੀ ਹੈ। ਉਹ ਜਿਵੇਂ ਆਪ ਉਹ ਭਾਵੇਂ ਤਰਿਆ ਨਹੀਂ ਹੁੰਦਾ, ਉਹ ਸਿਰਫ ਦੱਸਦਾ ਹੈ ਕਿ ਇੱਥੋਂ ਦੀ ਜੇ ਤੁਸੀਂ ਪਾਰ ਹੋਣਾ ਇੱਥੋਂ ਦੀ ਹੋ ਜਾਓ, ਆਹ ਕਰ ਲਓ। ਜਿਵੇਂ ਅੱਜ ਕੱਲ ਦੁਨੀਆ ਦੱਸਦੀ ਹੈ ਇਹ ਭਾਈ ਜੇ ਮੁਕਤ ਹੋਣਾ ਐ ਕਰੋ, ਬਾਣੀ ਪੜ੍ਹ ਕੇ ਆਹ ਕਰੋ, ਲੇਕਿਨ ਆਪ ਨਹੀਂ ਉਸ ਨੂੰ ਕਮਾਇਆ, ਆਪ ਤਰਨਾ ਨਹੀਂ ਜਾਣਦਾ, ਸਿਰਫ ਦੂਜੇ ਨੂੰ ਰਸਤਾ ਕਹਿਤਾ ਇੱਥੋਂ ਦੀ। ਹੁਣ ਜਿਹੜਾ ਭਾਈ ਤਰ ਗਿਆ ਉਹ ਦੂਏ ਕਿਨਾਰੇ ਪਹੁੰਚ ਜੂ। ਇਸ ਕਰਕੇ ਫਿਰ ਉਹ ਆਪ ਨਹੀਂ ਤਰਦਾ ਹੈ। ਪੰਡਤ ਵਿਦਵਾਨੀ ਬਹੁਤ ਹੈ ਉਸ ਕੋਲੇ ਤੇ ਉਹ ਉਪਦੇਸ਼ ਦਿੰਦਾ ਦੂਜਿਆਂ ਨੂੰ। ਇਉਂ ਪੁੰਨ ਮਿਲਣ ਕੋ ਜਾਣੀਏ ਹੋਤ ਨ ਹਿਰਦੈ ਗਿਆਨ, ਗਿਆਨ ਨਹੀਂ ਹੈ। ਅੱਗੇ ਭਾਈ ਜਿਹੜਾ ਅਵਧੂਤ ਗੁਰੂ ਹੈ ਉਹ ਵਿਦਿਆ ਤੋਂ ਅਣਜਾਣ ਹੁੰਦਾ ਹੈ, ਗਿਆਨ ਨਹੀਂ। ਤੇ ਕਿਸੇ ਕੋਈ ਸੰਤ ਪੁਰਸ਼ ਗੁਰਮੁਖ ਨੂੰ ਮਿਲਿਆ ਤੇ ਉਹਨੇ ਜੋਗ ਪਾ ਲਿਆ ਤਾਂ ਉਸ ਨੂੰ ਗਿਆਤ ਹੋ ਗਈ, ਅੰਦਰੋਂ ਜਿਹੜਾ ਹੈ ਮੋਹ ਮਿਟ ਗਿਆ। ਅਵਧੂਤ ਗੁਰੂ ਫਿਰ ਆਪ ਭਵ ਸਾਗਰ ਤੋਂ ਤਰ ਜਾਂਦਾ ਹੈ, ਲੇਕਿਨ ਉਹ ਕਿਸੇ ਹੋਰ ਨੂੰ ਨਹੀਂ ਤਾਰ ਸਕਦਾ। ਤੀਜਾ ਹੁੰਦਾ ਹੈ ਮਹਾਂਪੁਰਖ ਗੁਰੂ, ਸਾਰੀਆਂ ਵਿਦਿਆ ਚ ਨਿਪੁੰਨ ਹੁੰਦਾ ਹੈ। ਐਸਾ ਮਹਾਂਪੁਰਖ ਗੁਰੂ ਜੀ ਨੂੰ ਕੋਈ ਮਨੁੱਖ, ਕੋਈ ਜਗਿਆਸੂ ਪੁਰਸ਼ ਜਾ ਕੇ ਮਿਲਦਾ, ਉਹਦਾ ਉਧਾਰ ਹੋ ਜਾਂਦਾ ਹੈ, ਉਹਦੀ ਵੀ ਗਤ ਹੋ ਜਾਂਦੀ ਹੈ। ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸਾਨੂੰ ਵੀ ਉਪਦੇਸ਼ ਦੇਵੋ। ਗੁਰੂ ਪਾਤਸ਼ਾਹ ਨੇ ਉਹਨਾਂ ਤੇ ਕਿਰਪਾ ਕੀਤੀ। ਇੱਥੋਂ ਫਿਰ ਚੱਲ ਕਰਕੇ ਮਹਾਰਾਜ ਜੀ ਬਨਾਰਸ ਪਹੁੰਚੇ ਤੇ ਬਨਾਰਸ ਦੇ ਵਿੱਚ ਗਰੀਬ ਨਵਾਜ ਪਾਤਸ਼ਾਹ ਕੋਲੇ ਬੜੇ ਲੋਕ ਇਕੱਠੇ ਹੋਏ। ਪਹਿਲਾਂ ਭਗਤ ਕਬੀਰ ਸਾਹਿਬ ਜੀ ਆਏ, ਮਿਲੇ, ਵਿਚਾਰ ਚਰਚਾ ਹੋਈ, ਉਹਨਾਂ ਨੇ ਵੀ ਸਤਿਕਾਰ ਕੀਤਾ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਭਗਤ ਕਬੀਰ ਨੂੰ ਨਿਰਾਕਾਰ ਬ੍ਰਹਮ ਦਾ ਉਪਦੇਸ਼ ਦਿੱਤਾ। ਤੇ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਹਾਰਾਜ ਤੁਸੀਂ ਦਰਸ਼ਨ ਦਿੱਤੇ, ਸਾਡਾ ਜੀਵਨ ਵੀ ਧੰਨ ਹੋ ਗਿਆ। ਕੁਝ ਹੋਰ ਲੋਕ ਇਕੱਤਰ ਹੋਣੇ ਸ਼ੁਰੂ ਹੋਏ ਤਾਂ ਪੰਡਤਾਂ ਨੂੰ ਈਰਖਾ ਹੋਈ। ਉਹਨਾਂ ਦੇ ਵਿੱਚ ਗੋਪਾਲ ਦੱਤ ਨਾਂ ਦਾ ਇੱਕ ਪੰਡਤ ਸੀ ਜਿਹੜਾ ਬਹੁਤ ਵਿਦਵਾਨ ਸੀ, ਊਠਾਂ ਦੇ ਉੱਤੇ ਗ੍ਰੰਥ ਲੱਦ ਕੇ ਤੁਰਦਾ ਹੁੰਦਾ ਸੀ। ਕੋਈ ਵੀ ਸਾਧੂ ਸੰਤ ਵਿਦਵਾਨ ਪੰਡਤ ਉਹਦੇ ਕੋਲੇ ਆਉਂਦਾ, ਉਹਦੀ ਬੇਇੱਜ਼ਤੀ ਕਰਦਾ ਸੀ, ਸਭਾ 'ਚ ਹਰਾਉਂਦਾ ਸੀ। ਗ੍ਰੰਥ ਬਹੁਤ ਪੜ੍ਹੇ ਹੋਏ ਸਨ।
ਮਹਾਰਾਜ ਨੂੰ ਚਰਚਾ ਵਾਸਤੇ ਬੁਲਾਇਆ। ਗੁਰੂ ਸਾਹਿਬ ਜੀ ਨੇ ਇੱਕ ਕੁੱਤੇ ਦਾ ਰੂਪ ਧਾਰੇ ਹੋਏ, ਉਸ ਦੇ ਹੀ ਦਾਦੇ ਦਾ, ਉਹ ਤੋਂ ਹੀ ਸਾਰੀ ਗੱਲ ਆਪਾਂ ਕੱਲ੍ਹ ਹੀ ਵਿਚਾਰੀ ਹੈ। ਉਹ ਕਹਾਤੀ ਮਹਾਰਾਜ ਕਹਿੰਦੇ ਆ ਦੇਖ ਲੈ। ਉਹਨੇ ਫਿਰ ਸਾਰਾ ਦੱਸਿਆ ਵੀ ਪੁੱਤਰ ਮੈਂ ਆਹੀ ਕੁਛ ਕਰਦਾ ਹੁੰਦਾ ਸੀ, ਤੇ ਜਿਹੜਾ ਵੀ ਕੋਈ ਆਉਂਦਾ ਸੀ ਉਹਦਾ ਮੈਂ ਨਿਰਾਦਰ ਕਰਦਾ ਹੁੰਦਾ ਸੀ। ਗਰੀਬ ਨਵਾਜ ਪਾਤਸ਼ਾਹ ਨੇ ਮੇਰੇ ਤੇ ਇਹ ਕਿਰਪਾ ਕੀਤੀ ਕਿ ਆ ਹੁਣ ਮੈਂ ਸਾਰਾ ਕੁਝ ਤੁਹਾਨੂੰ ਦੱਸ ਰਿਹਾ। ਇਸ ਕਰਕੇ ਤੁਸੀਂ ਵੀ ਵਿਦਿਆ ਜੇ ਮਿਲ ਗਈ ਉਹਦੀ ਹਉਮੈ ਨਾ ਕਰੋ। ਇਹ ਬ੍ਰਹਮ ਦੇ ਮਿਲਾਪ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਮੈਂ ਵਿਦਿਆ ਦੇ ਅਭਿਮਾਨ ਵਿੱਚ ਹੀ ਦੇਖੋ ਇਹ ਕੁਛ ਕੀਤਾ। ਫਿਰ ਗੋਪਾਲ ਦੱਤ ਨੇ ਮਹਾਰਾਜ ਦੇ ਚਰਨੀ ਲੱਗਿਆ, ਬਾਕੀ ਪੰਡਤ ਵੀ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਸਾਡੇ ਕਲਿਆਣਤਾ ਲਈ ਉਪਦੇਸ਼ ਬਖਸ਼ੋ। ਸਤਿਗੁਰੂ ਮਹਾਰਾਜ ਨੇ ਕਰਮ ਕਾਂਡਾਂ ਦਾ ਖੰਡਨ ਕਰਦਿਆਂ ਪ੍ਰੇਮਾ ਭਗਤੀ ਨਾਲ ਜੋੜਨ ਵਾਸਤੇ 4 ਸ਼ਲੋਕ ਉਚਾਰਨ ਕੀਤੇ, ਜਿਨ੍ਹਾਂ ਵਿੱਚੋਂ ਆਪਾਂ ਕੱਲ ਪਹਿਲੇ ਸ਼ਲੋਕ ਦੇ ਅਰਥ ਵਿਚਾਰ ਲਏ, ਪਰ ਇੱਥੋਂ ਆਪਾਂ ਹੁਣ ਆਰੰਭ ਤੋਂ ਹੀ ਜਿਹੜਾ ਵਿਚਾਰਦੇ ਆ। ਪੰਜਵੇਂ ਪਾਤਸ਼ਾਹ ਮਹਾਰਾਜ ਨੇ ਜਿੱਥੇ ਸ਼ਲੋਕ ਸੰਸਕ੍ਰਿਤੀ ਇੱਥੋਂ ਸ਼ੁਰੂ ਹੁੰਦੇ ਆ, ਪਹਿਲਾਂ ਜਿਹੜਾ ਹੈ ਮਹਾਮੰਤਰ ਮੰਗਲ ਰੂਪ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਲਾਇਆ। ਉਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਜਿੱਥੇ ਜਿੱਥੇ ਮੁਨਾਸਿਬ ਸਮਝਿਆ ਤੇ ਜਿੱਥੇ ਕੋਈ ਮੰਗਲ ਹੈ ਵਸਤੂ ਨਿਰਦੇਸ਼ਕ ਰੂਪ ਵਿੱਚ, ਫਿਰ ਅੱਗੇ ਮਹਾਰਾਜ ਦਾ ਜੋ ਉਪਦੇਸ਼ ਹੈ ਸ਼ਲੋਕ ਸੰਸਕ੍ਰਿਤੀ ਮਹੱਲਾ ਪਹਿਲਾ। ਇਹ ਸੰਸਕ੍ਰਿਤੀ ਕੱਲ ਆਪਾਂ ਵਿਚਾਰ ਕਰ ਲਈ ਸੀ ਕਿ ਸੰਸਕ੍ਰਿਤ ਦੀ ਮਾਂ ਰੂਪ ਹੈ। ਪਹਿਲੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਉਪਦੇਸ਼ ਆਓ ਪ੍ਰੇਮ ਸਤਿਕਾਰ ਨਾਲ ਲੜੀਵਾਰ ਕਥਾ ਦੀ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਸਕ੍ਰਿਤੀ ਮਹੱਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ। ਮਹਾਰਾਜ ਕਹਿੰਦੇ ਹੈ ਪੰਡਤ ਜਨੋ, ਕੋਈ ਵੀ ਭਾਈ ਧਰਮ ਪੁਸਤਕਾਂ ਜਿਹੜਾ ਹੈ ਉਹ ਪੜ੍ਹਦਾ ਹੈ। ਹੁਣ ਇਹ ਤੁਸੀਂ ਪੜ੍ਹਦੇ ਹੋ, ਸੰਧਿਆ ਵੀ ਕਰਦੇ ਹੋ 3 ਸਮਿਆਂ ਦੀ। ਪੂਜਾ ਪਾਠ ਕਰਨਾ ਜਿਵੇਂ ਸਮੇਂ ਦੇ ਨਾਲ ਸੰਧਿਆ ਹੁੰਦੀ ਹੈ, 2 ਸਮਿਆਂ ਦਾ ਆਪਸ ਵਿੱਚ ਮਿਲਣਾ। ਬਾਦੰ ਵਿਵਾਦ ਵੀ ਕਰਦੇ ਹੋ, ਚਰਚਾ ਵੀ ਕਰਦੇ ਹੋ, ਚਰਚਾ ਵਤੰਡਾਵਾਦ ਕਰਦੇ ਹੋ। ਇੱਕ ਹੁੰਦਾ ਹੈ ਜਗਿਆਸਾ ਭਾਵ ਵਿੱਚ ਕਿਸੇ ਨਾਲ ਚਰਚਾ ਕਰਨੀ, ਇੱਕ ਹੁੰਦਾ ਹੈ ਕਿਸੇ ਦੇ ਨਾਲ ਉਹਦੀਆਂ ਦਲੀਲਾਂ ਨੂੰ ਦਹਿਰੀਆਂ ਦੇਖ ਕੇ ਉਹਨੂੰ ਰੱਦ ਕਰਨਾ, ਉਹਦੀਆਂ ਗੱਲਾਂ ਨੂੰ, ਉਹ ਚਰਚਾ। ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਭਾਈ ਸੰਧਿਆ ਆਦਿ ਕਰਨੀ। ਪੜ੍ਹ ਪੁਸਤਕ, ਦੂਜਾ ਅਰਥ ਇਹਦਾ ਬਣਦਾ ਹੈ ਕਿ ਜੇ ਧਰਮ ਪੁਸਤਕਾਂ ਪੜ੍ਹ ਲਈਆਂ, ਗੁਰਮੁਖੋ ਉਪਦੇਸ਼ ਨੂੰ ਕਮਾਇਆ ਨਹੀਂ, ਸੰਧਿਆ ਕਰ ਲਈ, ਬਾਦੰ ਬੇਅਰਥ ਹੋ ਜਾਂਦਾ ਸਾਰਾ ਕੁਝ। ਪਰ ਮੁੱਖ ਅਰਥ ਨੇ ਬਾਦੰ ਝਗੜਾ ਰੂਪ ਚਰਚਾ ਕਰਦੇ ਹੋ। ਸਿਲ ਪੂਜਸ ਬਾਗੁਲ ਸਮਾਧੰ। ਸਿਲਾ ਪੂਜਦੇ ਹੋ, ਪੱਥਰ ਮੂਰਤੀ ਪੂਜਨ ਕਰਦੇ ਹੋ, ਵੱਖ-ਵੱਖ ਦੇਵੀ ਦੇਵਤ ਰੂਪ ਦੇ ਵਿੱਚ ਮੂਰਤੀ ਪੂਜਨ, ਔਰ ਨਾਲ ਬਗੁਲ ਸਮਾਧੰ, ਬਗਲੇ ਦੀ ਸਮਾਧੀ ਵਾਂਗੂ। ਜਿਵੇਂ ਬਗਲਾ ਹੈ ਉਹ ਉਰੇ ਆਪਣੇ ਅੰਦਰੇ ਸੰਕੋਚ ਕੇ ਪਾਣੀ 'ਚ ਖੜਦਾ ਹੈ, ਪਰ ਧਿਆਨ ਕਿੱਥੇ ਹੈ? ਡੱਡੀਆਂ ਮੱਛੀਆਂ 'ਚ। ਮਹਾਰਾਜ ਕਹਿੰਦੇ ਬਾਹਰੋਂ ਤਾਂ ਕਰਮ ਕਾਂਡ ਕਰਦੇ ਹੋ, ਪੂਰੇ ਧਰਮੀ ਲੱਗਦੇ ਹੋ, ਪਰ ਅੰਦਰੋਂ ਬਿਰਤੀ ਜਿਹੜੀ ਹੈ ਉਹ ਵਿਕਾਰ ਰੂਪ ਡੱਡੀਆਂ ਮੱਛੀਆਂ ਦੇ ਵਿੱਚ ਹੀ ਦੌੜੀ ਰਹਿੰਦੀ ਹੈ। ਮੁਖ ਝੂਠ ਵਿਭੂਖਨ ਸਾਰੰ। ਫੇਰ ਕੀ ਕਰਦੇ ਹੋ? ਮੁੱਖੋਂ ਝੂਠ ਬੋਲਦੇ ਹੋ, ਆਪਣੀ ਮਰਜ਼ੀ ਦੇ ਨਾਲ ਆਪਦੀਆਂ ਹੀ ਬਣਾ ਕੇ ਅਰਥ ਆਪਦੀ ਮਰਜ਼ੀ ਨਾਲ ਕਰਦੇ ਹੋ, ਝੂਠ ਬੋਲਦੇ ਹੋ ਵੀ ਇਹ ਗੱਲ ਮਹਾਰਾਜ ਨੇ ਇਉਂ ਕਹੀ ਹੋਈ ਹੈ, ਜਾਂ ਫਲਾਣੇ ਸਮਿਆਂ ਵਿੱਚ ਭਾਈ ਇਹ ਇਉਂ ਕਰਦੇ ਹੁੰਦੇ ਸੀ, ਆਪਦੀ ਪ੍ਰਤਿਸ਼ਠਾ ਦੇ ਵਾਸਤੇ। ਝੂਠ ਮੁਖ ਦੇ ਵਿੱਚ ਝੂਠ ਹੈ। ਵਿਭੂਖਨ ਸਾਰੰ। ਪਰ ਉਹ ਝੂਠ ਨੂੰ ਤੁਸੀਂ ਜਿਹੜਾ ਗਹਿਣਾ ਬਣਾ ਦਿੰਦੇ ਹੋ, ਬਹੁਤ ਸ੍ਰੇਸ਼ਟ ਸੋਹਣੇ
ਗਹਿਣੇ ਭਾਵ ਉਹਨੂੰ ਇਸ ਤਰ੍ਹਾਂ ਸ਼ਿੰਗਾਰ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਹੋ ਕਿ ਉਹ ਸੱਚ ਹੈ। ਅੱਜ ਗੁਰਮੁਖੋ ਐਡਵਰਟਾਈਜ਼ ਦਾ ਸਮਾਂ ਹੈ, ਕਿੰਨੀਆਂ ਮਸ਼ਹੂਰੀਆਂ ਹੁੰਦੀਆਂ, ਮਾੜੀ ਤੋਂ ਮਾੜੀ ਚੀਜ਼ ਨੂੰ ਐਡੇ ਮਸ਼ਹੂਰੀਆਂ ਦੇ ਦੇ ਕੇ ਲੋਕਾਂ ਦੇ ਸਾਹਮਣੇ ਉਹਨੂੰ ਸੱਚ ਸਾਬਤ ਕਰ ਦਿੱਤਾ ਜਾਂਦਾ। ਇਸ ਤਰ੍ਹਾਂ ਜੇ ਇੱਕ ਝੂਠ ਹੈ ਨਾ, ਉਹਨੂੰ ਡਾਂਕੇ ਦੀ ਚੋਟ ਨਾਲ 100 ਵਾਰੀ ਸੱਚ ਕਹਿ ਕੇ ਪ੍ਰਚਾਰੀਏ, ਦੁਨੀਆ ਮੰਨ ਲੈਂਦੀ ਹੈ ਸੱਚ ਹੀ ਹੋਊ। ਇਹੋ ਜਿਹਾ ਕੁਛ ਕਰਦੇ ਹੋ। ਇਉਂ ਕਹਾਣੀ ਵੀ ਸਮਝਾਉਣ ਵਾਸਤੇ ਹੈ ਕਿ ਕੋਈ ਝੂਠ ਬੋਲਦਾ ਹੁੰਦਾ ਸੀ ਤੇ ਉਹਨੇ ਇੱਕ ਦਿਨ ਆਪਣੇ ਕਿਸੇ ਮਿੱਤਰ ਨੂੰ ਕਹਿਤਾ, ਕਹਿੰਦਾ ਮੈਂ ਵੱਡੇ ਤੋਂ ਵੱਡਾ ਝੂਠ ਬੋਲਦਾ। ਉਹ ਮਿੱਤਰ ਕਹਿੰਦਾ ਮੈਂ ਉਹ ਝੂਠ ਨੂੰ ਸੱਚ ਕਰਕੇ ਦਿਖਾ ਸਕਦਾ। ਉਹਦਾ ਮਿੱਤਰ ਸਲਾਹ ਕਰ ਲਈ, ਰਾਜੇ ਦੇ ਦਰਬਾਰ ਚੱਲ ਕੇ ਚੱਲੀ, ਉੱਥੇ ਸਭ ਨੂੰ ਬੁੱਧੂ ਬਣਾਉਣੇ। ਪਹੁੰਚ ਗਏ ਰਾਜੇ ਦੇ ਦਰਬਾਰ ਵਿੱਚ। ਹੁਣ ਜਿਹੜਾ ਝੂਠ ਬੋਲਣ ਵਾਲਾ ਸੀ ਉਹ ਕਹਿੰਦਾ ਰਾਜਾ ਮੈਂ ਇੱਕ ਅਚਰਜ ਕੌਤਕ ਵੇਖਿਆ। ਰਾਜਾ ਕਹਿੰਦਾ ਕੀ ਵੇਖਿਆ? ਕਹਿੰਦਾ ਮੈਂ ਜੰਗਲ ਦੇ ਵਿੱਚ ਇੱਕ ਸ਼ਿਕਾਰੀ ਨੂੰ ਕਬੂਤਰ ਦੇ ਗੁਲੇਲਾ ਮਾਰਦੇ ਦੇਖਿਆ। ਉਹ ਕਹਿੰਦਾ ਕਿ ਵੱਡੀ ਗੱਲ ਨਹੀਂ। ਕਹਿੰਦਾ ਸੁਣ, ਜਦੋਂ ਕਬੂਤਰ ਦੇ ਗੁਲੇਲਾ ਵੱਜਿਆ ਉਹ ਦਰਖਤ ਤੋਂ ਹੇਠਾਂ ਡਿੱਗਦਾ ਡਿੱਗਦਾ ਕਬਾਬ ਬਣ ਗਿਆ। ਰਾਜੇ ਸਮੇਤ ਸਾਰੇ ਕਹਿੰਦੇ ਵੀ ਝੂਠ ਹੈ। ਚਲ ਗਲੇਲਾ ਮਾਰਨ ਵਾਲੀ ਤਾਂ ਗੱਲ ਸੱਚ ਹੈ, ਕਬਾਬ ਬਣਨ ਵਾਲੀ ਜਿਹੜੀ ਹੈ ਨਾ ਇਹ ਝੂਠ ਹੈ। ਜਿਹੜਾ ਨਾਲ ਸੀ ਦੂਜਾ ਕਹਿੰਦਾ ਵੀ ਰਾਜਾ ਜੀ ਇਹ ਸੱਚ ਕਹਿੰਦਾ, ਮੈਂ ਆਪ ਵੇਖਿਆ। ਜਦੋਂ ਸ਼ਿਕਾਰੀ ਨੇ ਕਬੂਤਰ ਦੇ ਗਲੇਲਾ ਮਾਰਿਆ, ਜਿਹੜਾ ਕਬੂਤਰ ਸੀ ਉਹਨੇ ਰੋੜ ਖਾਦੇ ਹੋਏ ਸੀ ਤੇ ਉਹ ਰੋੜ ਨਾ ਆਪਸ ਵਿੱਚ ਟਕਰਾ ਗਏ। ਹੁਣ ਜਦੋਂ ਅੱਗ ਪੈਦਾ ਕਰਦੇ, ਪਹਿਲੇ ਸਮੇਂ ਜੋ ਨਾ ਪੱਥਰ 'ਚ ਅੱਗੇ ਪੜਾਉਂਦੇ ਹੁੰਦੇ ਸਕੂਲਾਂ 'ਚ ਵੀ ਪੱਥਰ 'ਚ ਪੱਥਰ ਮਾਰ ਕੇ ਅੱਗ ਕੱਢ ਲਈ। ਇਹ ਰੋੜ ਆਪਸ ਵਿੱਚ ਟਕਰਾਏ, ਉਹਦੇ ਅੰਦਰੋਂ ਹੀ ਕਹਿੰਦੇ ਅੱਗ ਪੈਦਾ ਹੋ ਗਈ। ਤੇ ਜਦੋਂ ਕਬੂਤਰ ਰੁੱਖ ਤੋਂ ਹੇਠਾਂ ਡਿੱਗਿਆ, ਹੇਠਾਂ ਸੀਗੀ ਕੋਈ ਘਾਹ ਜਿਹਾ, ਰੂੰ ਜੇ ਵਰਗਾ ਘਾਹ ਸੀ। ਜਦੋਂ ਆ ਕੇ ਡਿੱਗਿਆ ਉਹ ਅੱਗ ਕਰਕੇ ਇੱਕਦਮ ਉਹਦਾ ਕਬਾਬ ਬਣ ਗਿਆ। ਸਾਰੇ ਜਿੰਨੇ ਸਭਾ 'ਚ ਬੈਠੇ ਸੀ ਉਹ ਕਹਿਣ ਲੱਗੇ ਵੀ ਹਾਂ ਇਹ ਸੱਚ ਹੈ, ਐਂ ਤਾਂ ਹੋ ਸਕਦਾ। ਕਿਉਂ ਅਸੀਂ ਵੀ ਇਹ ਜਾਣਦੇ ਹਾਂ ਪੱਥਰ ਨਾਲ ਪੱਥਰ ਘਸਾ ਕੇ ਮਾਰ ਕੇ ਅੱਗ ਪੈਦਾ ਕਰ ਸਕਦੇ ਹਾਂ। ਕਹਿਣ ਦਾ ਭਾਵ ਹੈ ਦਲੀਲਾਂ ਨੇ ਨਾ। ਦੇਖੋ ਮੂੰਹੋਂ ਝੂਠ ਬੋਲਦੇ ਆ। ਮਹਾਰਾਜ ਕਹਿੰਦੇ ਮੁੱਖ ਝੂਠ ਵਿਭੂਖਨ ਸਾਰੰ, ਪਰ ਉਹ ਝੂਠ ਨੂੰ ਗਹਿਣੇ ਜਿਹੜੇ ਵਿਭੂਖਨ ਵਿਭੂਸ਼ਣ ਤੋਂ ਬਣੇ ਆ। ਸ੍ਰੇਸ਼ਟ ਸਾਰੰਗ ਦਾ ਭਾਵ ਹੈ ਸ੍ਰੇਸ਼ਟ ਗਹਿਣੇ ਪਾਣਾ ਨੂੰ ਦਲੀਲਾਂ ਦੇ ਕੇ ਉਸ ਆਪ ਦੀ ਗੱਲ ਨੂੰ ਸੱਚ ਬਣਾਉਂਦੇ ਹੋ। ਤ੍ਰੈਪਾਲ ਤਿਹਾਲ ਵਿਚਾਰੰ, ਮਹਾਰਾਜ ਕਹਿੰਦੇ ਹੈ ਪੰਡਤ ਜਨੋ ਫਿਰ ਤ੍ਰੈਪਾਲ। ਤ੍ਰੈਪਾਲ ਦੇ ਅਰਥ ਆਪਾਂ ਕੱਲ ਵੀ ਵਿਚਾਰ ਕੀਤੀ ਸੀ। ਜਿਹੜਾ ਤਿੰਨਾਂ ਲੋਕਾਂ ਦਾ ਪਾਲਕ ਵਾਹਿਗੁਰੂ ਪਰਮੇਸ਼ਰ ਹੈ। ਤੇ ਹਾਲ ਵਿਚਾਰੰ, ਉਹ ਤੁਹਾਡੇ ਹਾਲ ਨੂੰ ਵਿਚਾਰਦਾ, ਤੁਹਾਡੇ ਹਰ ਕਰਮ ਨੂੰ ਵੇਖਦਾ। ਦੂਜਾ ਇਹਦਾ ਭਾਵ ਹੈ ਤ੍ਰੈਪਾਲ, ਜਿਹੜੀ 3 ਪਦਾਂ 3 ਪਾਲਾਂ ਵਾਲੀ ਔਰ 24 ਅੱਖਰਾਂ ਵਾਲੀ ਗਾਇਤਰੀ ਹੈ। ਉਹਨੂੰ ਤੁਸੀਂ 3 ਕਾਲ ਵਿਚਾਰਨ ਕਰਦੇ ਹੋ। ਫਿਰ ਤਿਹਾਲ 3 ਵੇਲੇ, ਭਾਵ ਸਾਰਿਆਂ ਦੇ ਵਿੱਚ ਜੋ ਪਰਮੇਸ਼ਰ ਵਿਚਰਦਾ ਹੈ। ਮੋਖੇ ਦੇ ਅਰਥ ਇਹੀ ਹੈ ਕਿ ਉਹ ਪਰਮੇਸ਼ਰ ਜਿਹੜਾ ਭਾਈ ਹੈ ਉਹ ਸਭ ਕੁਝ ਤੁਹਾਡੇ ਹਾਲ ਨੂੰ ਦੇਖਦਾ। ਤੇ ਦੂਜਾ ਅਰਥ ਤ੍ਰੈਪਾਲ ਇਹ ਵੀ ਗੁਰਮਤਿ ਮੁਤਾਬਕ ਤੇ ਪ੍ਰਸੰਗ ਮੁਤਾਬਕ ਵੀ ਠੀਕ ਹੈ ਕਿ 3 ਪਦਿਆਂ ਵਾਲੀ ਜਿਹੜੀ ਗਾਇਤਰੀ ਹੈ 24 ਅੱਖਰਾਂ ਵਾਲੀ, ਉਸ ਨੂੰ 3 ਕਾਲ ਵਿਚਾਰਦੇ ਹੋ। ਗਲ ਮਾਲਾ ਤਿਲਕ ਲਿਲਾਟੰ, ਗਲ ਦੇ ਵਿੱਚ ਮਾਲਾ ਪਾਉਨੇ ਹੋ, ਕੋਈ ਤੁਲਸੀ ਦੀ, ਰੁਦਰਾਖਰ ਦੀ, ਇਸ ਤਰ੍ਹਾਂ ਦੀ ਮਾਲਾ। ਇਹ ਧਰਮੀ ਪੁਰਸ਼ ਦੀਆਂ ਹੁੰਦੀਆਂ ਨੇ। ਕੁਦਰਤੀ ਹੁਣ ਜਿਹੜੇ ਕੋਈ ਨਿਸ਼ਾਨੀ ਹੈ, ਆਪਾਂ ਇਹ ਨਿਸ਼ਾਨੀਆਂ ਤੋਂ ਹੀ ਪਤਾ ਲੱਗਦਾ ਇਹ ਬੰਦਾ ਧਰਮੀ ਹੈ। ਉਹ ਜੇ ਬਸਤਰ ਮਾਲਾ ਹੈ। ਤਿਲਕ ਲਿਲਾਟੰ, ਮੱਥੇ ਤੇ ਤਿਲਕ ਵੀ ਲਾਉਨੇ ਹੋ। ਪੰਡਤ ਹੈ ਜਿਹੜਾ ਉਹਦਾ ਜ਼ਰੂਰੀ ਹੈ ਨਾ ਤਿਲਕ ਲਾਇਆ ਹੋਇਆ।
ਭਾਵ ਪੂਰੇ ਬਾਹਰੋਂ ਧਰਮੀ ਹੋ। ਦੋਏ ਧੋਤੀ ਬਸਤਰ ਕਪਾਟੰ, ਦੋ ਧੋਤੀਆਂ ਰੱਖ ਦਿਓ ਪੂਜਾ ਵੇਲੇ। ਫਿਰ ਮੱਥੇ ਤੇ ਇੱਕ ਕਪਾਟੰ, ਮਸਤਕ ਦੇ ਉੱਤੇ ਬਸਤਰ ਰੱਖ ਦਿਓ। ਉਹ ਗਿੱਲਾ ਕਰਕੇ ਰੇਸ਼ਮ ਦਾ ਬਸਤਰ ਹੈ ਉਹ ਰੱਖ ਲੈਂਦੇ ਸਨ ਤਾਂ ਕਿ 10ਵੇਂ ਦਵਾਰ ਵਿੱਚ ਗਰਮੈਸ਼ ਨਾ ਪੈਦਾ ਹੋ ਜੇ। ਪਾਟ ਨਾਮ ਰੇਸ਼ਮ ਦਾ ਹੈ। ਇਹੋ ਜਿਹੇ ਕਰਮ ਕਰਦੇ ਹੋ। ਦੋਏ ਧੋਤੀ, ਧੋਤੀਆਂ ਵੀ ਦੋ ਰੱਖਦੇ ਹੋ। ਜੋ ਜਾਨਸ ਬ੍ਰਹਮੰ ਕਰਮੰ, ਮਹਾਰਾਜ ਕਹਿੰਦੇ ਹੈ ਪੰਡਤੋ ਭਾਈ ਜੋ ਜਾਨਸ, ਜਿਹੜੇ ਇਹ ਜਾਣੋ ਕਿ ਇਹ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਗਿਆਤ ਨਹੀਂ ਹੈ, ਉਹਨਾਂ ਨੂੰ ਤਾਂ ਤੁਸੀਂ ਇਹ ਚੀਜ਼ਾਂ ਦਿਖਾ ਕੇ ਭਰਮਾ ਲਓਗੇ। ਜੋ ਜਾਨਸ ਬ੍ਰਹਮੰ ਕਰਮੰ, ਪਰ ਜਿਹੜਾ ਕੋਈ ਗਿਆਨਵਾਨ ਹੈ, ਜਿਹੜਾ ਭਾਈ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਦੇ ਕਰਮ ਨੂੰ ਜਾਣਦਾ ਹੈ ਕਿ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਲਈ ਜੋ ਕਰਮ ਹੈ ਉਹ ਨਿਸ਼ਕਾਮ ਕਰਮ ਹੈ ਤੇ ਉਹ ਕਰਾਂਗੇ ਤਾਂ ਬ੍ਰਹਮ ਦੀ ਪ੍ਰਾਪਤੀ ਹੋ ਸਕਦੀ ਹੈ, ਕਰਮ ਕਾਂਡ ਨਹੀਂ। ਤੋ ਇਸ ਕਰਕੇ ਜੋ ਜਾਨਸ ਬ੍ਰਹਮੰ ਕਰਮੰ, ਜੋ ਬ੍ਰਹਮ ਨੂੰ ਮਿਲਾਪ ਦੇ ਕਰਮਾਂ ਬਾਰੇ, ਨਿਸ਼ਕਾਮ ਕਰਮਾਂ ਨੂੰ ਜਾਣਦਾ ਹੈ ਗਿਆਨਵਾਨ ਪੁਰਸ਼, ਸਭ ਫੋਕਟ ਨਿਸ਼ਚੈ ਕਰਮੰ, ਉਹਦੇ ਲਈ ਆ ਜੋ ਤੁਸੀਂ ਕਰ ਰਹੇ ਹੋ ਨਾ ਜਿੰਨੇ ਵੀ ਕਰਮ ਕਾਂਡ, ਜਿਹੜਾ ਗਿਆਨਵਾਨ ਹੈ ਸਭ ਫੋਕਟ ਨਿਸ਼ਚੈ ਕਰਮੇ, ਨਿਸ਼ਚੇ ਜਾਂ ਕਰਕੇ ਜਾਣ ਲੋ। ਨਿਸ਼ਚੇ ਸਹਿਤ ਜਾਣਦਾ ਕਿ ਇਹ ਜਿੰਨੇ ਤੁਹਾਡੇ ਕਰਮ ਹੈ ਸਭ ਫੋਕਟ, ਸਾਰੇ ਫੋਕੇ ਨੇ, ਇਹ ਬ੍ਰਹਮ ਦੇ ਮਿਲਾਪ ਵਾਸਤੇ ਸਹਾਈ ਨਹੀਂ ਹੋ ਸਕਦੇ। ਕਹੋ ਨਾਨਕ ਨਿਸ਼ਚਉ ਧਿਆਵੈ, ਧੱਦੇ ਦੇ ਪੈਰ ਵਿੱਚ ਹਲੰਤ ਹੈ, ਇਹ ਆੜੇ ਦੀ ਆਵਾਜ਼ ਲੈਂਦਾ, ਧਿਆਵੈ। ਕਹੋ ਨਾਨਕ, ਮਹਾਰਾਜ ਕਹਿਣ ਲੱਗੇ ਹੇ ਗੋਪਾਲ ਦੱਤ, ਹੇ ਭਾਈ ਹੋਰ ਪੰਡਤੋ, ਕਹੋ ਨਾਨਕ ਨਿਸ਼ਚਉ ਧਿਆਵੈ, ਜੋ ਨਿਸ਼ਚੇ ਸਹਿਤ ਭਰੋਸੇ ਸਹਿਤ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦਾ ਹੈ। ਬਿਨ ਸਤਿਗੁਰ ਬਾਟ ਨਾ ਪਾਵੇ, ਇਹ ਜਾਣ ਲਓ ਕਿ ਪਰਮੇਸ਼ਰ ਦੀ ਪ੍ਰਾਪਤੀ ਭਗਤੀ ਗਿਆਨ ਰੂਪੀ ਰਸਤੇ ਨੂੰ ਉਹ ਪ੍ਰਾਪਤ ਕਰ ਲੈਂਦਾ ਹੈ। ਬਿਨ ਸਤਿਗੁਰ, ਇਹ ਜਿਹੜਾ ਮਾਰਗ ਹੈ ਬਿਨਾਂ ਸਤਿਗੁਰੂ ਤੋਂ ਨਹੀਂ ਪ੍ਰਾਪਤ ਹੁੰਦਾ, ਸਿੱਧਾ ਨਹੀਂ ਕੋਈ ਪ੍ਰਾਪਤ ਕਰ ਸਕਦਾ। ਬਿਨ ਸਤਿਗੁਰ, ਗੁਰੂ ਤੋਂ ਬਿਨਾਂ ਇਹ ਭਗਤੀ ਗਿਆਨ ਦਾ ਜਿਹੜਾ ਬਾਟ ਰਸਤਾ ਹੈ ਇਹ ਨਹੀਂ ਪ੍ਰਾਪਤ ਹੁੰਦਾ ਹੈ। ਇਹ ਗੁਰਮੁਖੋ ਆਸਾ ਦੀ ਵਾਰ ਦੇ ਵਿੱਚ ਵੀ ਜਿਹੜਾ ਹੈ ਸ਼ਲੋਕ ਆਇਆ ਤੇ ਪਾਠ ਉਚਾਰਨ ਥੋੜਾ ਜਿਹਾ ਭੇਦ ਮਹਾਰਾਜ ਨੇ ਰੱਖਿਆ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਗੁਰੂ ਬਿਨਾ ਭਾਵੇਂ ਬ੍ਰਹਮ ਪ੍ਰਾਪਤੀ ਦਾ ਰਸਤਾ ਨਹੀਂ ਮਿਲਦਾ ਹੈ। ਨਿਹਫਲੰ ਤਸ ਜਨਮ ਸਹਿ, ਜਾਵਦ ਬ੍ਰਹਮ ਨ ਬਿੰਦਤੇ। ਨਿਹਫਲੰ ਤਸ ਜਨਮ ਸਹਿ, ਜਾਵਦ, ਇੱਥੇ ਜਾਵਦ ਦੀ ਜਗ੍ਹਾ ਤੇ ਜਾਪਤ ਪਾਠਾ ਵੀ ਕੀਤਾ ਜਾਂਦਾ ਹੈ, ਬ੍ਰਹਮ ਨ ਬਿੰਦਤੇ। ਮਹਾਰਾਜ ਕਹਿੰਦੇ ਹੈ ਗੋਪਾਲ ਦੱਤ ਤਸ ਹੈ, ਤਸ ਦਾ ਭਾਵ ਹੈ ਕਿ ਉਹ ਮਨੁੱਖ ਤਿਸ ਪ੍ਰਾਣੀ ਨੂੰ, ਤਿਸ ਮਨੁੱਖ ਦਾ ਜਨਮ ਸਹਿ। ਨਿਹ ਫਲੰ ਤਸ ਜਨਮ ਸਹਿ, ਮਹਾਰਾਜ ਕਹਿੰਦੇ ਉਸ ਪ੍ਰਾਣੀ ਦਾ ਜਿਹੜਾ ਜਨਮ ਹੈ ਇਹ ਨਿਹਫਲ ਹੈ, ਬੇਅਰਥ ਹੈ। ਉਸ ਪ੍ਰਾਣੀ ਕਿਸ ਦਾ? ਜਾਵਦ ਬ੍ਰਹਮ ਨ ਬਿੰਦਤੇ, ਤੇ ਜਾਵਤ ਭਾਵ ਜਦੋਂ ਤੱਕ ਉਹ ਗੁਰੂ ਲੜ ਲੱਗ ਕਰਕੇ ਬ੍ਰਹਮ ਨੂੰ ਨਹੀਂ ਬਿੰਦਦਾ, ਬ੍ਰਹਮ ਨੂੰ ਨਹੀਂ ਨਾ ਜਾਣਦਾ, ਤੇ ਜਾਣ ਲੈ ਪੰਡਤ ਗੋਪਾਲ ਦੱਤ ਉਹਦਾ ਜੀਵਨ ਵਿਅਰਥ ਹੈ। ਸਾਗਰੰ ਸੰਸਾਰ ਸਹਿ, ਗੁਰ ਪ੍ਰਸਾਦੀ ਤਰਹਿ ਕੇ। ਸੰਸਾਰ ਸਹਿ, ਸੰਸਾਰ ਅਸ, ਆ ਜਿਹੜਾ ਸੰਸਾਰ ਹੈ ਨਾ ਜਗਤ, ਸਾਗਰੰ, ਇਹ ਸੰਸਾਰ ਸਮੁੰਦਰ ਹੈ। ਮਹਾਰਾਜ ਕਹਿੰਦੇ ਸਾਗਰ ਦੀ ਨਿਆਈ ਹੈ। ਅਸ ਦਾ ਭਾਵ ਹੈ ਗੁਰ ਪ੍ਰਸਾਦੀ ਤਰਹਿ ਕੇ। ਹੇ ਗੋਪਾਲ ਦੱਤ, ਹੇ ਪੰਡਤੋ, ਗੁਰੂ ਦੀ ਕਿਰਪਾ ਨਾਲ ਇਸ ਨੂੰ
ਤਰਿਆ ਜਾ ਸਕਦਾ ਹੈ। ਕਰਨ ਕਾਰਨ ਸਮਰੱਥ ਹੈ, ਕਹੋ ਨਾਨਕ ਵਿਚਾਰ। ਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ, ਕਹਿੰਦੇ ਵਿਚਾਰ ਨਿਰਣਾ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਜੋ ਪਰਮੇਸ਼ਰ ਹੈ ਨਾ, ਉਹੀ ਹੈ ਜੋ ਸਾਰੇ ਕਾਰਨਾਂ ਨੂੰ ਕਰਨ ਦੇ ਸਮਰੱਥ ਹੈ, ਸਰਬ ਕਲਾ ਸਮਰੱਥ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਕਾਰਨ ਕਰਤੇ ਵਸ ਹੈ, ਜਿਨ ਕਲ ਰੱਖੀ ਧਾਰ। ਇਹ ਜੇ ਵੀ ਜਾਣ ਲਓ ਕਿ ਜਿਹੜਾ ਕਾਰਨ ਬਣਦਾ ਨਾ, ਉਹ ਵੀ ਕਰਤੇ ਦੇ ਵਸ ਹੈ। ਇੱਕ ਹੁੰਦਾ ਕਾਰਜ, ਇੱਕ ਹੁੰਦਾ ਕਾਰਨ। ਇੱਕ ਦਿਨ ਅੱਗੇ ਵੀ ਆਪਾਂ ਗੱਲ ਕੀਤੀ ਸੀ, ਕਾਰਨ ਤੋਂ ਅੱਗੇ ਕਾਰਜ ਬਣਦਾ ਹੈ। ਜਿਵੇਂ ਲੜਕੇ ਲੜਕੀ ਦਾ ਵਿਆਹ ਹੈ, ਉਹ ਕਾਰਨ ਹੈ, ਤੇ ਵਿਆਹ ਦਾ ਜਿੰਨਾ ਕਾਰਜ ਹੈ ਉਹ ਫਿਰ ਉਸ ਕਾਰਨ ਤੋਂ ਅੱਗੇ ਕਾਰਜ ਬਣਿਆ। ਬੱਚੇ ਦਾ ਜਨਮ ਹੋਇਆ, ਇਹ ਕਾਰਨ, ਤੇ ਅੱਗੇ ਫਿਰ ਉਹਦੀ ਖੁਸ਼ੀ ਵਿੱਚ ਕੋਈ ਗੁਰਮੁਖੋਂ ਪਾਠ ਪ੍ਰਕਾਸ਼ ਕਰਾ ਲੈਂਦਾ, ਕੋਈ ਨਸ਼ੇ ਵਿਸ਼ੇ, ਮਾਸ ਮਿੱਟੀ, ਸ਼ਰਾਬਾਂ ਪੀਂਦੇ। ਉਹ ਕਾਰਜ ਬਣ ਗਿਆ ਨਾ, ਇੱਕ ਮਾੜਾ ਕਾਰਜ, ਇੱਕ ਚੰਗਾ। ਇਹ ਵੀ ਜਾਣਨਾ ਕਿ ਉਸ ਦਿਨ ਵੀ ਆਪ ਜੀ ਨਾਲ ਗੱਲ ਸਾਂਝੀ ਕੀਤੀ ਸੀ, ਇਹ ਗੱਲ ਪੱਲੇ ਬੰਨਣੀ ਕਿ ਕਾਰਜ ਜਿਸ ਤਰ੍ਹਾਂ ਦਾ ਵੀ ਤੁਸੀਂ ਕਰੋਗੇ, ਚੰਗਾ ਕਰੋਗੇ ਮਾੜਾ ਕਰੋਗੇ, ਕਾਰਜ ਚੰਗੇ ਦਾ ਚੰਗਾ ਫਲ, ਮਾੜੇ ਦਾ ਮਾੜਾ ਫਲ, ਇਹ ਸਭ ਤੋਂ ਪਹਿਲਾਂ ਉਹਨਾਂ ਨੂੰ ਮਿਲਣਾ ਜਿਹੜੇ ਕਾਰਨ ਬਣੇ। ਬੱਚੇ ਦਾ ਜਨਮ ਹੋਇਆ, ਪਾਠ ਪ੍ਰਕਾਸ਼ ਹੋਇਆ, ਕਥਾ ਕੀਰਤਨ ਹੋਏ, ਇਹਦਾ ਫਲ ਉਸ ਬੱਚੇ ਨੂੰ ਜ਼ਿੰਦਗੀ 'ਚ ਮਿਲੂਗਾ। ਬੱਚੇ ਦਾ ਜਨਮ ਹੋਇਆ, ਮੀਟ ਸ਼ਰਾਬਾਂ ਵਰਤਾਈਆਂ, ਮਾੜੇ ਕਰਮ ਕੀਤੇ, ਉਹਦਾ ਫਲ ਵੀ ਉਸ ਬੱਚੇ ਨੂੰ ਮਿਲੂਗਾ, ਉਹਦਾ ਮਾੜਾ ਮਿਲੂ। ਵਿਆਹ ਸ਼ਾਦੀ ਹੈ, ਲੜਕੇ ਲੜਕੀ ਦਾ ਵਿਆਹ, ਉਹ ਕਾਰਨ ਰੂਪ ਹੈ। ਜੇ ਤੇ ਗੁਰਮੁਖੋ ਸਹੀ ਸਲਾਮਤ ਨਸ਼ੇ ਵਿਸ਼ਿਆਂ ਤੋਂ, ਮਾਸ ਮਿੱਟੀ ਤੋਂ ਰਹਿਤ ਕਰ ਲਿਆ, ਫਿਰ ਉਹਦਾ ਫਲ ਵੀ ਉਹ ਚੰਗਾ ਹੈ। ਜੇ ਮਾੜੇ ਹੋਏ, ਸ਼ਰਾਬਾਂ ਕਬਾਬਾਂ ਦੌਰ ਚੱਲ ਪਏ, ਉਹਦਾ ਵੀ ਫਲ ਮਿਲੂ, ਉਹ ਵੀ ਕਾਰਨ ਨੂੰ ਮਿਲਣਾ, ਉਹ ਲੜਕੇ ਲੜਕੀ ਨੂੰ ਮਿਲੂਗਾ। ਇਸ ਕਰਕੇ ਕਾਰਨ ਤੋਂ ਕਾਰਜ ਬਣਦਾ ਹੈ, ਕਾਰਜ ਦਾ ਫਲ ਕਾਰਨ ਨੂੰ ਜ਼ਰੂਰ ਮਿਲਦਾ ਹੈ। ਮਹਾਰਾਜ ਜੀ ਕਹਿੰਦੇ ਕਾਰਨ ਕਰਤੇ ਵਸ ਹੈ। ਹਾਂ, ਜਿੰਨਾ ਵੀ ਹੈ ਨਾ ਕਾਰਨ, ਰਜੋ ਤਮੋ ਸਤੋ ਦਾ ਕਾਰਨ, ਅਗਿਆਨਤਾ, ਸੰਸਾਰ ਦੀ ਦੁੱਖ ਨਿਵਰਤੀ ਦਾ, ਪਰਮਾਨੰਦ ਦੀ ਪ੍ਰਾਪਤੀ ਦਾ, ਇਹ ਜਿੰਨਾ ਵੀ ਕਾਰਨ ਹੈ ਕਰਤੇ ਵਸ ਹੈ, ਕਰਤੇ ਦੇ ਵਸ ਹੈ, ਪਰਮੇਸ਼ਰ ਦੇ ਅਧੀਨ ਹੈ। ਜਿਨ ਕਲ ਰੱਖੀ ਧਾਰ, ਜਿਸ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਕਲ, ਆਪਣੀ ਕਲਾ, ਆਪਣੀ ਸ਼ਕਤੀ ਸਾਰੇ ਜੀਵਾਂ ਅੰਦਰ, ਅੰਦਰ ਬਾਹਰ ਸਭ ਜਗ੍ਹਾ ਕੁਦਰਤ ਵਿੱਚ ਧਾਰ ਕੇ ਮੌਜੂਦ ਰੱਖੀ ਹੈ, ਇਹ ਕਿਰਪਾ ਕੀਤੀ। ਫਿਰ ਗੋਪਾਲ ਦੱਤ ਨੇ ਬੇਨਤੀ ਕੀਤੀ, ਮਹਾਰਾਜ ਜਿਹੜਾ ਸਾਡਾ ਮਤ ਹੈ, ਵੱਖ-ਵੱਖ ਧਰਮ, ਇਹਦੇ ਬਾਰੇ ਵੀ ਦੱਸੋ। ਗੁਰੂ ਮਹਾਰਾਜ ਕਹਿਣ ਲੱਗੇ, ਜਿਹੜੀ ਕੋਈ ਜਿਵੇਂ 4 ਵਰਨਾਂ ਦਾ ਵਿਧਾਨ ਸੀ, ਉਹਦੀ ਵਿਆਖਿਆ। ਮਹਾਰਾਜ ਕਹਿੰਦੇ, ਭਾਈ ਇਹ ਵਿਧਾਨ ਦੀ ਵਿਆਖਿਆ ਤੁਹਾਡਾ ਇਸ ਤਰ੍ਹਾਂ ਧਰਮ ਬਣਾਇਆ ਹੋਇਆ, 4 ਵਰਨਾਂ ਦੇ ਲੋਕਾਂ ਨੂੰ ਅਸੀਂ ਤੇ ਹੁਣ ਸਾਂਝਾ ਉਪਦੇਸ਼ ਦਿੰਨੇ ਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਕਿਰਪਾ ਕੀਤੀ, ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ। ਜੋਗ ਸ਼ਬਦੰ, ਜੋਗੀਆਂ ਦਾ ਧਰਮ ਕੀ ਹੈ? ਪ੍ਰਸ਼ਨ ਸੀ। ਮਹਾਰਾਜ ਕਹਿੰਦੇ ਜੋਗ ਸ਼ਬਦੰ, ਜੋਗੀਆਂ ਦਾ, ਸ਼ਬਦੰ ਦਾ ਅਰਥ ਇੱਥੇ ਧਰਮ ਹੈ। ਜੋਗੀਆਂ ਦਾ ਧਰਮ ਕੀ ਹੈ? ਗਿਆਨ ਸ਼ਬਦੰ, ਆਪ ਗਿਆਨ ਧਾਰਨ ਕਰਨਾ ਤੇ ਦੂਜੇ ਨੂੰ ਗਿਆਨ ਦਾ। ਸ਼ਬਦੰ, ਇੱਥੇ ਸ਼ਬਦੰ ਦਾ ਅਰਥ ਹੈ ਉਪਦੇਸ਼ ਦੇਣਾ। ਵੇਦ ਸ਼ਬਦੰ ਤਾਂ ਬ੍ਰਾਹਮਣ, ਬ੍ਰਾਹਮਣਾਂ ਦਾ ਧਰਮ ਕੀ ਹੈ? ਬ੍ਰਾਹਮਣ ਵੇਦ ਸ਼ਬਦੰ, ਬ੍ਰਾਹਮਣ ਦਾ ਧਰਮ ਹੈ ਵੇਦਾਂ ਦੀ ਵਿਚਾਰ ਕਰਨਾ, ਦਾਨ ਦੇਣਾ, ਦਾਨ ਲੈਣਾ, ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਜਗ ਕਰਨਾ ਤੇ ਕਰਾਉਣਾ। ਇਹ ਬ੍ਰਾਹਮਣ ਦਾ ਧਰਮ ਤੁਸੀਂ ਮਿਥਿਆ ਹੈ। ਖੱਤਰੀ ਸ਼ਬਦੰ, ਸੂਰ ਸ਼ਬਦੰ, ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ।
ਖੱਤਰੀ ਸ਼ਬਦੰ, ਸਿੱਧਾ ਖੱਤਰੀ ਨਹੀਂ ਹੈ, ਖੱਤਰੀ ਆੜਾ ਹਲੰਤ ਜਿਹੜਾ ਆੜੇ ਦੀ ਆਵਾਜ਼ ਵਿੱਚ ਆਉਂਦੀ। ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਖੱਤਰੀਆਂ ਦਾ ਧਰਮ ਕੀ ਹੈ? ਖੱਤਰੀ ਸ਼ਬਦੰ ਸੂਰ ਸ਼ਬਦੰ, ਖੱਤਰੀਆਂ ਦਾ ਧਰਮ ਹੈ ਸੂਰਮਾ ਬਣਨਾ। ਕਸ਼ੱਤਰੀ ਸੂਰਮਾ ਹੁੰਦਾ ਹੈ ਔਰ ਹੋਰਾਂ ਨੂੰ ਸੂਰਮਤਾਈ ਦਾ ਉਪਦੇਸ਼ ਦ੍ਰਿੜ ਕਰਵਾਉਣਾ। ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਤੁਸੀਂ ਚਾਰੇ ਵਰਨਾਂ ਦੇ ਵੱਖਰੇ ਵੱਖਰੇ ਮਹਾਰਾਜ ਕਹਿੰਦੇ ਧਰਮ ਮਿੱਥੇ ਨੇ। ਸੂਦਰ ਦਾ ਧਰਮ ਉਹ ਹੈ ਪ੍ਰਾਕ੍ਰਿਤ ਹੈ, ਪਰਾਇਆਂ ਦੀ ਕ੍ਰਿਤ ਕਰਨੀ, ਪਰਾਏ ਦੀ ਕਰਮ ਕਰਨੀ। ਵੈਸ਼ ਧਰਮ ਜਿਹੜਾ ਹੈ ਉਹ ਹੈ ਵਿਸ਼ੇਸ਼ ਕਰਕੇ ਪ੍ਰਾਕ੍ਰਿਤ ਹੈ ਕਿ ਕਿਰਤ ਕਰਕੇ ਗੁਜ਼ਾਰਾ ਕਰਨਾ। ਗੋਪਾਲ ਦੱਤ ਨੂੰ ਜਦੋਂ ਇਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਧਰਮ ਦੱਸੇ, ਗੋਪਾਲ ਦੱਤ ਕਹਿੰਦਾ ਜੀ ਵੀ ਫੇਰ ਮਹਾਰਾਜ ਕਹਿੰਦੇ ਗੋਪਾਲ ਦੱਤ ਤੁਹਾਡੇ ਕਹਿਣ ਦੇ ਮੁਤਾਬਕ ਦੱਸੇ ਵੱਖ-ਵੱਖ ਧਰਮਾਂ ਦਾ ਗੱਲ। ਇਹ ਹੈ ਅਸਾਧਾਰਨ ਧਰਮ ਰੀਤਾਂ। ਤੇ ਮਹਾਰਾਜ ਫਿਰ ਤੁਹਾਡਾ ਕੀ ਨਿਸ਼ਚਾ ਹੈ? ਤਾਂ ਉਸ ਸਮੇਂ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਸਾਡਾ ਮਤ ਇਹ ਹੈ ਕਿ ਸੂਦ ਵੈਸ਼ ਸਾਰਿਆਂ ਨੂੰ ਚਾਰੇ ਵਰਨਾਂ ਨੂੰ ਉਪਦੇਸ਼ ਸਾਂਝਾ ਹੈ। ਇਹ ਸਾਰੀ ਮਨੁੱਖਤਾ ਦਾ ਸਾਂਝਾ ਧਰਮ ਹੈ, ਸਧਾਰਨ ਧਰਮ। ਉਹ ਕੀ ਹੈ? ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਣਸ ਭੇਵ। ਇਹ ਭਾਈ ਜਾਣ ਲੋ ਕਿ ਸਾਰਿਆਂ ਦਾ ਜੋ ਸਾਂਝਾ ਧਰਮ ਕੀ ਹੈ? ਸਰਬ ਸ਼ਬਦੰ, ਸਾਰਿਆਂ ਦਾ ਸਾਂਝਾ ਧਰਮ ਤਾਂ ਏਕ ਸ਼ਬਦੰ। ਉਹ ਕੀ ਹੈ? ਇੱਥੇ ਹੁਣ ਵੱਖ-ਵੱਖ ਅਰਥ ਹੁੰਦੇ ਨੇ ਸ਼ਬਦ ਦੇ। ਦੇਖੋ ਇੱਥੇ ਹੁਣ ਤਾਂ ਏਕ ਸ਼ਬਦੰ, ਇੱਥੇ ਸ਼ਬਦੰ ਦਾ ਅਰਥ ਬਣ ਗਿਆ ਬ੍ਰਹਮ। ਸਭ ਦਾ ਸਾਂਝਾ ਧਰਮ ਇਹ ਵੀ ਹੈ ਕਿ ਇੱਕੋ ਬ੍ਰਹਮ ਹੈ ਜੋ ਸਾਰੀ ਜਗ੍ਹਾ ਤੇ ਸਮਾਇਆ ਹੋਇਆ ਹੈ ਤੇ ਉਸੇ ਦਾ ਹੀ ਅਸੀਂ ਉਪਦੇਸ਼ ਦੇਣਾ। ਉਪਦੇਸ਼ ਵੀ ਸਾਰਿਆਂ ਨੂੰ ਹੈ ਕਿਉਂਕਿ ਸਾਰੇ ਇੱਕ ਦੇ ਹੀ ਪੈਦਾ ਕੀਤੇ ਹੈ। ਜੇ ਕੋ ਜਾਣਸ ਭੇਵ, ਹਾਂ ਕੋਈ ਵੀ ਇਸ ਭੇਵ ਨੂੰ ਜਾਣ ਲਵੇ, ਕੋਈ ਜਾਤੀ ਪਾਤੀ ਵਰਨਾ ਆਸ਼ਰਮਾਂ ਤੋਂ ਇਸ ਭੇਦ ਤੋਂ ਵਿਤਕਰਿਆਂ ਤੋਂ ਉੱਪਰ ਉੱਠ ਕੇ ਇਹ ਜਾਣ ਲਵੇ ਇਸ ਭੇਦ ਨੂੰ ਕਿ ਬ੍ਰਹਮ ਇੱਕ ਹੈ, ਸਾਰੇ ਉਸੇ ਨੇ ਪੈਦਾ ਕੀਤੇ ਨੇ, ਉਸੇ ਦਾ ਹੀ ਨਾਮ ਜਪਣਾ ਹੈ, ਉਸ ਇੱਕ ਦਾ ਹੀ ਉਪਦੇਸ਼ ਗੁਰਮੁਖ ਦਾ ਫਰਜ਼ ਹੈ ਸਭ ਨੂੰ ਦੇਣਾ ਹੈ। ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਵ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜੋ ਉਸ ਦਾ ਦਾਸ ਅਕਾਲ ਪੁਰਖ ਦਾ ਹੋ ਜਾਂਦਾ ਹੈ ਉਹ ਸੋਈ ਨਿਰੰਜਨ, ਉਹ ਜੋ ਪ੍ਰਮਾਤਮਾ ਹੈ ਵਾਹਿਗੁਰੂ ਜਾਂ ਕਿਹਾ ਸੀ ਤਾਂ ਉਸੇ ਦੇ ਦਾਸ ਆ ਜੋ ਸ਼ੁੱਧ ਸਰੂਪ ਪਰਮੇਸ਼ਰ ਵਾਹਿਗੁਰੂ ਹੈ। ਜਿਹੜਾ ਕੋਈ ਦੀ ਪ੍ਰਾਪਤੀ ਕਰ ਲੈਂਦਾ ਉਸੇ ਦਾ ਹੀ ਦਾਸ ਹੋ ਜਾਂਦਾ ਹੈ। ਤੇ ਫਿਰ ਜਿਹੜਾ ਗੋਪਾਲ ਦੱਤ ਸੀ ਉਹਨੇ ਪ੍ਰਸ਼ਨ ਕੀਤਾ। ਇਹ ਹੁਣ 3 ਪਦੇ ਮਹਾਰਾਜ ਨੇ ਦੱਸਦੇ, ਅੱਗੇ 4 ਚੌਥਾ ਪਦਾ ਕਹਿੰਦਾ ਮਹਾਰਾਜ ਜੀਵ ਈਸ਼ਵਰ ਦੀ ਏਕਤਾ ਬਾਬਤ ਸਾਨੂੰ ਹੁਣ ਕਿਰਪਾ ਕਰਕੇ ਦੱਸੋ। ਤਾਂ ਮਹਾਰਾਜ ਫਿਰ ਭਾਈ ਮਹਾਂਵਾਕਾਂ ਦਾ ਉਪਦੇਸ਼ ਦਿੰਦੇ ਹਨ। ਏਕ ਕ੍ਰਿਸ਼ਨੰ ਤਾਂ ਸਰਬ ਦੇਵਾ, ਦੇਵ ਦੇਵਾ ਤਾਂ ਆਤਮ ਹੈ। ਇੱਕ ਜੋ ਕ੍ਰਿਸ਼ਨੰ, ਕ੍ਰਿਸ਼ਨੰ ਦਾ ਅਰਥ ਹੈ ਸ਼ੁੱਧ ਬ੍ਰਹਮ ਪਰਮੇਸ਼ਰ ਵਾਹਿਗੁਰੂ ਇੱਕ ਹੈ। ਏਕ ਕ੍ਰਿਸ਼ਨੰ ਤਾਂ ਸਰਬ ਦੇਵਾ, ਦੇਵਾ ਅਰਥ ਪ੍ਰਕਾਸ਼, ਉਹੀ ਸਾਰਿਆਂ ਦਾ ਦੇਵਾ ਰੂਪ ਹੈ, ਪ੍ਰਕਾਸ਼ ਰੂਪ ਹੈ, ਸਭ ਨੂੰ ਪ੍ਰਕਾਸ਼ਣ ਵਾਲਾ ਇੱਕੋ ਹੀ ਹੈ। ਦੇਵ ਦੇਵਾ ਤਾਂ ਆਤਮਾ, ਇਹ ਜਾਣ ਲੋ ਜਿਹੜਾ ਹੈ ਦੇਵ ਦੇਵਾ ਉਹ ਦੇਵਤਿਆਂ ਦਾ ਵੀ ਦੇਵਤਾ ਹੈ ਆਤਮਾ, ਔਰ ਜੀਵ ਆਤਮਾ ਰੂਪ ਵੀ ਉਹੀ ਹੈ। ਭਾਵ ਜੀਵ ਦੇ ਅੰਦਰ ਆਤਮਾ ਸਰੂਪ ਹੋ ਕੇ ਉਹ ਨਿਵਾਸ ਕਰਦਾ ਹੈ, ਉਹੀ ਪ੍ਰਮਾਤਮਾ ਹੈ। ਉਸ ਬ੍ਰਹਮ ਵਿੱਚ ਕੋਈ ਕਮਜ਼ੋਰੀ ਨਹੀਂ, ਉਹ ਬ੍ਰਹਮ ਪ੍ਰਮਾਤਮਾ ਹੀ ਸਾਰਿਆਂ ਤੇ ਕਿਰਪਾ ਕਰਦਾ ਹੈ। ਆਤਮੰ ਸ੍ਰੀ ਵਾਸੁਦੇਵ ਸਹਿ ਜੇ ਕੋਈ ਜਾਣਸ ਭੇਵ। ਆਤਮੰ, ਇਹ ਜਾਣੋ ਕਿ ਜੋ ਆਤਮਾ ਹੈ ਉਹੀ ਗੁਰਮੁਖੋ ਪ੍ਰਮਾਤਮਾ ਹੈ। ਕਿਵੇਂ ਹੈ? ਸਰੀਰ ਵਿੱਚ ਆਤਮਾ ਰੂਪ ਤੇ ਬਾਹਰ ਵਿਰਾਟ ਰੂਪ ਵਿੱਚ ਪ੍ਰਮਾਤਮਾ ਰੂਪ ਹੈ, ਸਾਰੇ ਵਿਆਪਕ ਹੈ।
ਆਤਮੰ ਸ੍ਰੀ ਵਾਸੁਦੇਵ ਸਹਿ। ਜੋ ਭਾਈ ਆਤਮਾ ਹੈ, ਸ੍ਰੀ ਸੋਭਾ ਵਾਲਾ ਮਾਲਕ, ਵਾਸੁਦੇਵ ਸਹਿ, ਬਸ ਦੇਵ ਆਸ ਭਾਵ ਸਾਰਿਆਂ ਨੂੰ ਵਾਸਾ ਦੇਣ ਵਾਲਾ ਪ੍ਰਕਾਸ਼ ਰੂਪ ਪ੍ਰਮਾਤਮਾ ਬ੍ਰਹਮ ਸਰੂਪ ਹੀ ਆਤਮਾ ਹੈ। ਜੇ ਕੋਈ ਜਾਣਸ ਭੇਵ। ਆ ਸਤਿਗੁਰੂ ਦੇ ਲੜ ਲੱਗ ਕੇ ਮਹਾਰਾਜ ਕਹਿੰਦੇ ਕੋਈ ਇਸ ਭੇਦ ਨੂੰ ਅਗਰ ਕੋਈ ਜਾਣ ਲਵੇ, ਨਾਨਕ ਤਾ ਕੋ ਦਾਸ ਹੈ, ਸੋਈ ਨਿਰੰਜਨ ਦੇਵ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹ ਫਿਰ ਉਸੀ ਤਾਂ ਉਹ ਦਾਸ ਹਾਂ, ਭਾਵ ਉਹ ਬੜਾ ਮਹਾਨ ਹੈ। ਜਾਂ ਕਹੀਏ ਕੋਈ ਉਹਦਾ ਸੇਵਕ ਬਣਦਾ ਹੈ। ਕਿਹਦਾ? ਸੋਈ ਉਹੀ ਹੈ ਜਿਹਦੇ ਸਾਰੇ ਸੇਵਕ ਬਣਦੇ ਹੈ। ਉਹ ਸ਼ੁੱਧ ਸਰੂਪ, ਪ੍ਰਕਾਸ਼ ਸਰੂਪ, ਅਕਾਲ ਪੁਰਖ ਪਰਮਾਤਮਾ, ਜਿਹੜੇ ਉਹਦੇ ਨਾਲ ਜੁੜ ਗਏ ਉਹ ਭਾਈ ਉਸੇ ਨਾਲ ਉਹਦਾ ਹੀ ਰੂਪ ਹੋ ਜਾਂਦੇ ਹੈ। ਤੇ ਇਹ ਗੁਰਮੁਖੋ ਸਤਿਗੁਰਾਂ ਨੇ ਚਾਰ ਜਿਹੜੇ ਪਦੇ ਉਚਾਰਨ ਕੀਤੇ। ਇਹ ਵੀ ਮਹਾਰਾਜ ਨੇ ਕਿਰਪਾ ਕੀਤੀ। ਜਿਵੇਂ ਗੀਤਾ ਦੇ ਤ੍ਰੈਪਾਲ ਨੇ 24 ਅੱਖਰਾਂ ਵਾਲੀ, ਜਾਂ ਉਹ ਅਲੱਗ-ਅਲੱਗ ਜਿਹੜਾ ਹੈ ਗਾਇਤਰੀ ਮੰਤਰ ਦੇ ਉਹ ਨੇ। ਹਾਂ, ਜਿਹੜਾ ਇਹ ਪੁਰਾਣੇ ਜਿਹੜੇ ਗੁਰਸਿੱਖ ਸੀ ਨਾ, ਹੁਣ ਜਿਹੜਾ ਹੈ ਕਿੰਤੂ ਪਰੰਤੂ ਬਹੁਤ ਹੋ ਗਿਆ। ਗੁਰਬਾਣੀ ਨੂੰ ਜੇ ਡੂੰਘਾਈ ਨਾਲ ਵੇਖਾਂਗੇ, ਇਹ ਜਿਹੜੇ 4 ਸ਼ਲੋਕ ਨੇ ਇਹਨੂੰ ਚਤੁਰ ਸ਼ਲੋਕੀ ਗੀਤਾ ਵੀ ਪੁਰਾਣੇ ਗੁਰਮੁਖ ਜਿਹੜੇ ਗੁਰਸਿੱਖ ਕਹਿੰਦੇ ਹੁੰਦੇ ਸੀ। ਭਾਈ ਇਹ ਚਤੁਰ ਸ਼ਲੋਕੀ ਗੀਤਾ ਹੈ ਮਹਾਰਾਜ ਨੇ ਜਿਹੜੀ ਉਚਾਰਨ ਕੀਤੀ ਹੈ। ਜਿਵੇਂ ਦੇਖੋ ਪਹਿਲੇ ਸ਼ਲੋਕ ਦੇ ਵਿੱਚ ਪਖੰਡ ਦਾ ਖੰਡਨ ਕਰਤਾ, ਤੇ ਜਿਹੜੀ ਤਮੋ ਗੁਣੀ ਤਾਮਸੀ ਪੂਜਾ ਸੀ ਉਹਦਾ ਨਿਖੇਧੀ ਕੀਤੀ, ਔਰ ਨਿਸ਼ਚੇ ਕਰਕੇ ਧਿਆਉਣ ਦੀ ਗੱਲ ਕੀਤੀ। ਦੂਜੇ ਸ਼ਲੋਕ ਵਿੱਚ ਫਿਰ ਮਹਾਰਾਜ ਨੇ ਦੱਸਿਆ ਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹਨੂੰ ਜਾਣ ਲਿਆ ਤਾਂ ਉਹਦੀ ਸਫਲਤਾ ਕੀ ਹੈ। ਤੀਜੇ ਸ਼ਲੋਕ ਵਿੱਚ ਵੱਖ-ਵੱਖ ਧਰਮਾਂ ਦੇ ਧਰਮ ਕਥਨ ਕਰਕੇ ਫਿਰ ਗੁਰਮਤ ਦਾ ਸਾਂਝਾ ਉਪਦੇਸ਼ ਕੀ ਹੈ, ਸਿੱਖੀ ਦਾ ਉਹ ਦੱਸਿਆ। ਔਰ ਚੌਥੇ ਸ਼ਲੋਕ ਵਿੱਚ ਜੀਵ ਔਰ ਈਸ਼ ਦੀ, ਜਿਹੜਾ ਜੀਵ ਹੈ ਔਰ ਈਸ਼ ਹੈ, ਜੀਵ ਆਤਮਾ ਤੇ ਈਸ਼, ਇਹਦੀ ਏਕਤਾ ਕੀ ਹੈ ਉਹ ਮਹਾਰਾਜ ਨੇ ਦੱਸੀ ਹੈ। ਇਹਨੂੰ ਫਿਰ ਪੁਰਾਤਨ ਗੁਰਸਿੱਖ ਚਤੁਰ ਸ਼ਲੋਕੀ ਜਿਹੜੀ ਹੈ ਉਹ ਗੀਤਾ ਵੀ ਕਹਿੰਦੇ ਸਨ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਕਿਰਪਾ ਕੀਤੀ, ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ। ਇਹ ਉਪਦੇਸ਼ ਤੋਂ ਬਾਅਦ ਹੀ ਉਸ ਸਮੇਂ ਫਿਰ ਮਹਾਰਾਜ ਕੋਲ ਜਿੰਨੇ ਪੰਡਤ ਹਨ ਚੌਪਈ। ਅੱਗੇ ਹੁਣ ਸੰਤ ਰੇਣ ਜੀ ਇਤਿਹਾਸ ਦੱਸਦੇ ਹਨ। ਸੁਨ ਸਲੋਕ ਪੰਡਤ ਹਰ ਖਾਏ। ਇਹ ਚਾਰੇ ਸ਼ਲੋਕ ਸੁਣ ਕਰਕੇ ਗੋਪਾਲ ਦੱਤ ਸਮੇਤ ਸਾਰੇ ਪੰਡਤ ਪ੍ਰਸੰਨ ਹੋਏ। ਸਤਿਗੁਰ ਚਰਨ ਕਮਲ ਸਿਰ ਨਾਏ। ਸਤਿਗੁਰੂ ਦੇ ਚਰਨਾਂ ਕਮਲਾਂ ਤੇ ਸਭ ਨੇ ਸੀਸ ਨਿਵਾਇਆ ਹੈ। ਤਿਨ ਮਹਿ ਮੁਖ ਪੰਡਤ ਗੋਪਾਲ। ਉਹਨਾਂ ਦੇ ਵਿੱਚ ਜਿਹੜਾ ਮੁਖੀ ਪੰਡਤ ਸੀ ਗੋਪਾਲ ਦੱਤ ਹੈ। ਸਿੱਖ ਭਇਓ ਗੁਰ ਕੋ ਤਤਕਾਲ। ਉਹ ਤੁਰੰਤ ਹੀ ਆਪਣੀ ਅਭਿਮਾਨੀ ਛੱਡ ਕਰਕੇ ਵਿਦਿਆ ਦੀ ਗੁਰੂ ਸਾਹਿਬ ਜੀ ਦਾ ਸਿੱਖ ਬਣ ਗਿਆ। ਲੈ ਉਪਦੇਸ਼ ਸ਼ਲੋਕ ਲਿਖਾਏ। ਉਹਨੇ ਫਿਰ ਇਹ ਜਿਹੜਾ ਉਪਦੇਸ਼ ਲੈ ਕੇ ਸ਼ਲੋਕ ਜਿਹੜੇ ਆ ਚਾਰੇ ਉਹ ਗੋਪਾਲ ਦਾਸ ਦੱਤ ਪੰਡਤ ਨੇ ਲਿਖਵਾ ਲਏ। ਮਨ ਕੇ ਭਰਮ ਮਿਟੈ ਸੁਖ ਪਾਏ। ਉਸ ਦੇ ਭਾਈ ਸਾਰੇ ਮਨ ਦੇ ਭਰਮ ਮਿਟ ਗਏ ਤੇ ਉਸਨੇ ਸੁਖ ਪਾ ਲਿਆ। ਗੁਰੂ ਗੁਰੂ ਨਰ ਨਾਰੀ ਕਰੈ। ਸਾਰੇ ਮਾਈ ਭਾਈ ਵਾਹਿਗੁਰੂ ਵਾਹਿਗੁਰੂ ਜਪਦੇ ਹਨ। ਸਰਦਾ ਧਰ ਚਰਨਨ ਪਰ ਪਰੈ। ਸ਼ਰਧਾ ਧਾਰ ਕੇ ਗੁਰੂ ਨਾਨਕ ਦੇਵ ਜੀ ਦੇ ਚਰਨੀ ਪੈਂਦੇ ਹਨ। ਇਸ ਪ੍ਰਕਾਰ ਕਛ ਸਮਾਂ ਬਿਤਾਏ। ਇਸ ਤਰ੍ਹਾਂ ਕੁਝ ਸਮਾਂ ਬਤੀਤ ਕੀਤਾ। ਸ਼ਿਵਪੁਰ ਮਹਿ ਸਿੱਖੀ ਪ੍ਰਗਟਾਏ। ਇਹ ਸ਼ਿਵਪੁਰੀ ਬਨਾਰਸ ਦੇ ਵਿੱਚ ਸਿੱਖੀ ਨੂੰ ਪ੍ਰਗਟ ਕੀਤਾ। ਜਪੈ ਨਾਮ ਪਾਹਿਨ ਕੋ ਤਿਆਗੇ। ਹੁਣ ਭਾਈ ਪੱਥਰ ਪੂਜਾ ਛੱਡ ਕੇ ਉਹ ਨਾਮ ਜਪਣ ਲੱਗ ਪਏ।
ਜਿਨ ਕੇ ਭਾਗ ਭਾਲ ਭਵ ਜਾਗੇ, ਜਿਨ੍ਹਾਂ ਦੇ ਮੱਥੇ ਦੇ ਭਾਗ ਇਸ ਸੰਸਾਰ ਵਿੱਚ ਜਾਗ ਪਏ। ਚੱਲੇ ਤਹਾਂ ਭੇ ਦੀਨ ਦਿਆਲਾ, ਉਥੋਂ ਦੀਨ ਦਿਆਲ ਸਤਿਗੁਰੂ ਅੱਗੇ ਚੱਲ ਪਏ। ਜਿਨ ਤ੍ਰੈ ਲੋਕਨ ਕੀਨ ਨਿਹਾਲਾ, ਜਿਨ੍ਹਾਂ ਨੇ ਤਿੰਨਾਂ ਲੋਕਾਂ ਨੂੰ ਮਹਾਰਾਜ ਨੇ ਨਿਹਾਲ ਕੀਤਾ ਹੈ। ਪਟਨਾ ਨਗਰ ਵਿਖੇ ਗੁਰ ਆਏ, ਫਿਰ ਮਹਾਰਾਜ ਜੀ ਪਟਨਾ ਸ਼ਹਿਰ ਨਗਰ ਵਿੱਚ ਆ ਗਏ ਹਨ। ਅਦਰਕਾ ਇੱਕ ਭਗਤ ਰਹਾਏ, ਇੱਥੇ ਅਦਰਕਾ ਨਾਂ ਦਾ ਇੱਕ ਭਗਤ ਰਹਿੰਦਾ ਸੀ। ਇਹ ਪਰਮੇਸ਼ਰ ਦਾ ਨਾਮ ਲੈਂਦਾ, ਨੌਕਰੀ ਕਰਦਾ ਹੁੰਦਾ ਸੀ ਸਾਲਸਰਾਏ ਜੌਹਰੀ ਦੇ ਕੋਲ। ਕੀਨੀ ਸਤਿਗੁਰ ਸੇਵ ਵਿਸਾਲਾ, ਇਹਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ। ਤਿਸ ਪਰ ਭੇ ਪ੍ਰਸੰਨ ਕਿਰਪਾਲਾ, ਇਹਦੇ ਤੇ ਗੁਰੂ ਕਿਰਪਾਲੂ ਜੀ ਬਹੁਤ ਪ੍ਰਸੰਨ ਸਨ। ਸੁਨਿਓ ਜਵੈ ਪਟਨੇਸ਼ਵਰ ਆਇਓ, ਉਹਨੇ ਜਦੋਂ ਸੁਣਿਆ ਕਿ ਗਰੀਬ ਨਵਾਜ ਪਾਤਸ਼ਾਹ ਜੀ ਨੇ ਜਦੋਂ ਸੁਣਿਆ ਹੈ ਪਟਨੇ ਦਾ ਇੱਥੇ ਰਾਜਾ ਵੀ ਆਇਆ ਹੈ। ਗੁਰ ਬਰ ਤੇ ਜਿਨ ਰਾਜੈ ਪਾਇਓ, ਜਿਹਨੇ ਗੁਰੂ ਸਾਹਿਬ ਦੇ ਬਰ ਬਚਨਾਂ ਤੇ ਰਾਜ ਪਾਇਆ ਸੀ। ਬਹੁ ਬੇਨਤੀ ਕਹਿ ਧਨ ਮੈਂ ਆਜੂ, ਬਹੁਤ ਬੇਨਤੀ ਕਰਕੇ ਕਹਿੰਦਾ ਮੈਂ ਅੱਜ ਧਨ ਹੋ ਗਿਆ ਹਾਂ। ਚੱਲੀਏ ਸਦਨ ਗਰੀਬ ਨਿਵਾਜੂ, ਹੇ ਗਰੀਬ ਨੂੰ ਨਵਾਜਣ ਵਾਲੇ ਸਤਿਗੁਰੂ ਘਰ ਨੂੰ ਚੱਲੋ ਤੁਸੀਂ। ਕਹਿ ਸਤਿਗੁਰ ਜੇ ਚਾਹੋ ਪ੍ਰਸੰਨਤਾ, ਗੁਰੂ ਮਹਾਰਾਜ ਕਹਿੰਦੇ ਜੇ ਪ੍ਰਸੰਨਤਾ ਚਾਹੁੰਦਾ ਹੈ ਸੇਵਾ ਕਰ ਆਦਰ ਕੇ ਸੰਤਾ, ਆਦਰ ਕੇ ਸੰਤ ਦੀ ਤੂੰ ਸੇਵਾ ਕਰਿਆ ਕਰ। ਸਾਲਸਰਾਏ ਜੌਹਰੀ ਨੂੰ ਵੀ ਮਹਾਰਾਜ ਨੇ ਉਪਦੇਸ਼ ਦਿੱਤਾ, ਇਹਨੂੰ ਨੌਕਰ ਨਾ ਸਮਝ, ਪਰਮੇਸ਼ਰ ਦੀ ਭਗਤੀ ਕਰਦਾ, ਇਹਦੀ ਸੇਵਾ ਕਰ ਲੈ। ਨ੍ਰਿਪ ਅਦਰਕੇ ਚਰਨੀ ਲਾਇਓ, ਉਹ ਰਾਜੇ ਨੂੰ ਵੀ ਉੱਥੋਂ ਦੇ ਨੂੰ ਅਦਰਕੇ ਦੇ ਚਰਨੀ ਲਾਤਾ, ਭਾਵ ਜਿਹੜਾ ਸੰਤ ਅਦਰਕ ਸੀ ਭਗਤ ਉਹਦੇ ਚਰਨੀ ਲਾਇਆ। ਸਿੱਖਿਆ ਦੇ ਗੁਰ ਅਗਰ ਸਿਧਾਇਓ, ਸਿੱਖਿਆ ਦੇ ਕੇ ਗੁਰੂ ਸਾਹਿਬ ਜੀ ਅੱਗੇ ਚੱਲੇ। ਜਗਨਨਾਥ ਕੋ ਜਹ ਅਸਥਾਨਾ, ਜਿੱਥੇ ਜਗਨਨਾਥਪੁਰੀ ਸਥਾਨ ਹੈ ਤਹਾਂ ਜਾਏ ਪਹੁੰਚੇ ਗਤ ਦਾਨਾ, ਮੁਕਤੀ ਦਾਤਾ ਸਤਿਗੁਰੂ ਜੀ ਉਸ ਜਗ੍ਹਾ ਜਾ ਪਹੁੰਚੇ ਹਨ। ਦੇਖ ਸਭੀ ਤਿਸ ਥਲ ਜਲ ਖਾਰੇ, ਉੱਥੇ ਸਾਰੀ ਜਗ੍ਹਾ ਦੇਖਿਆ ਪਾਣੀ ਖਾਰਾ ਹੈ। ਦਇਆ ਨਿਧ ਤਬ ਬਿਰਦ ਸੰਭਾਰੇ, ਇਉਂ ਦਇਆ ਨਿਧ ਦਇਆ ਦੇ ਸਮੁੰਦਰ ਭੰਡਾਰ ਸਤਿਗੁਰੂ ਜੀ ਨੇ ਆਪਣਾ ਬਿਰਦ ਸੰਭਾਲਿਆ। ਸ੍ਰੀ ਬਾਲਾ ਸੰਗ ਬਚਨ ਅਲਾਇਓ, ਭਾਈ ਬਾਲਾ ਜੀ ਨੂੰ ਬਚਨ ਕਿਹਾ। ਜਿਹ ਥਲ ਬੈਠੇ ਸੋ ਖਨਵਾਇਓ, ਜਿੱਥੇ ਬੈਠੇ ਸੀ ਮਹਾਰਾਜ ਕਹਿੰਦੇ ਭਾਈ ਵਾਲਿਆ ਧਰਤੀ ਪੁੱਟ। ਕਛਕ ਖਨਿਓ ਨਿਕਸੀ ਜਲ ਧਾਰਾ, ਕੁਝ ਕੁ ਪੁੱਟਿਆ ਤੇ ਉੱਥੋਂ ਪਾਣੀ ਦੀ ਧਾਰਾ ਨਿਕਲੀ। ਮਨਹੁ ਪਿਉਖੈ ਛੁਟਿਓ ਫੁਹਾਰਾ, ਮਾਨੋ ਕਿ ਅੰਮ੍ਰਿਤ ਦਾ ਹੀ ਫੁਹਾਰਾ ਉੱਥੋਂ ਚੱਲ ਪਿਆ, ਭਾਵ ਮਿੱਠਾ ਪਾਣੀ ਚੱਲਿਆ ਹੈ। ਅਸ ਸ਼ਕਤੀ ਦੇਖੀ ਪੁਰ ਬਾਸਨ, ਐਸੀ ਸ਼ਕਤੀ ਐਸੀ ਕਲਾ ਤਾਕਤ ਸ਼ਕਤੀ ਮਾਲਕ ਦੀ ਪੁਰ ਬਾਸਨ, ਪੁਰੀ ਦੇ ਬਸਣ ਵਾਲਿਆਂ ਨੇ ਵੇਖੀ। ਨਿਰਪਜੋਤ ਸ਼ਰਨ ਆਏ ਦੁੱਖ ਨਾਸਨ, ਰਾਜੇ ਸਮੇਤ ਭਾਈ ਦੁੱਖਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰਾਂ ਦੇ ਚਰਨਾਂ 'ਚ ਸਾਰੇ ਪਹੁੰਚ ਗਏ। ਰਚੀ ਬਾਪ ਕਾ ਨਿਰਪ ਧਨ ਲਾਇਓ, ਬਾਪ ਕਾ ਨਾਮ ਬੌਲੀ ਦਾ ਹੈ। ਰਾਜੇ ਨੇ ਧਨ ਖਰਚਿਆ ਤੇ ਉੱਥੇ ਫਿਰ ਬੌਲੀ ਬਣਾਈ। ਸਿੱਖ ਭਇਓ ਉਪਦੇਸ਼ ਕਮਾਇਓ, ਗੁਰੂ ਸਾਹਿਬ ਦਾ ਉਪਦੇਸ਼ ਕਮਾ ਕੇ ਉਹ ਵੀ ਸਿੱਖ ਬਣਿਆ ਹੈ। ਪੁਨ ਸਤਿਗੁਰ ਤਿਨ ਕੋ ਸਮਝਾਵੇ, ਫਿਰ ਗੁਰੂ ਪਾਤਸ਼ਾਹ ਨੇ ਉਹਨੂੰ ਭਾਈ ਸਮਝਾਇਆ। ਜੋ ਹਮਰੋ ਸਿੱਖ ਇਸ ਥਲ ਆਵੇ, ਜਿਹੜਾ ਵੀ ਕੋਈ ਸਿੱਖ ਸਾਡਾ ਇਸ ਸਥਾਨ ਤੇ ਆਵੇ। ਤੈਨ ਕੋ ਸੀਤ ਪ੍ਰਸਾਦ ਨ ਦੇਵਹੁ, ਉਹਨਾਂ ਨੂੰ ਸੀਤ ਪ੍ਰਸਾਦ
ਭਾਵ ਹੈ ਕਿ ਜਿਹੜਾ ਸੀਤ ਦਾ ਇੱਥੇ ਭਾਵ ਹੁੰਦਾ ਵੀ ਰਾਤਰੀ ਨੂੰ ਬਚਿਆ ਹੋਇਆ ਤੇ ਸਵੇਰੇ ਦੇ ਦੇਣ। ਉਹਨਾਂ ਨੂੰ ਇਹ ਇੱਥੇ ਅਰਥ ਹੈ ਕਿ ਉਹਨਾਂ ਨੂੰ ਰਾਤਰੀ ਦਾ ਬਚਿਆ ਹੋਇਆ ਜਿਹੜਾ ਹੈ ਪ੍ਰਸ਼ਾਦ ਭੋਜਨ ਅੰਨ ਪਾਣੀ ਨਹੀਂ ਦੇਣਾ ਹੈ। ਪਾਵਨ ਭੋਜਨ ਅਸਨ ਕਰੇਵੋ, ਇਉਂ ਪਵਿੱਤਰ ਤਾਜ਼ਾ ਜਿਹੜਾ ਭੋਜਨ ਹੈ ਉਹ ਤੁਸੀਂ ਕਰਵਾਉਣਾ ਹੈ। ਸੁਨ ਸਤ ਗੁਰ ਕੇ ਬਚ ਨ੍ਰਿਪ ਪਾਂਡੇ, ਗੁਰੂ ਸਾਹਿਬ ਦੇ ਬਚਨ ਸੁਣ ਕੇ ਰਾਜਾ ਵੀ ਤੇ ਪੰਡਿਤ ਪਾਂਡੇ ਜਿੰਨੇ ਸਨ। ਸਤ ਬਚਨ ਕਹਿ ਮਨ ਹਿਤ ਬਾਢੇ, ਇਉਂ ਭਾਈ ਮਨ ਵਿੱਚ ਬਹੁਤ ਪ੍ਰੇਮ ਵਧਾਇਆ, ਸਤ ਬਚਨ ਕਹਿ ਕੇ ਮੰਨਿਆ। ਤੈਨ ਤੇ ਬਿਦਾ ਲੀਨ ਗੁਣ ਖਾਨੀ, ਉਹਨਾਂ ਤੋਂ ਬਿਦਾ ਲੈ ਕਰਕੇ ਗੁਣਾਂ ਦੀ ਖਾਣ। ਪਰ ਉਪਕਾਰ ਹੋਤ ਸੁਖ ਦਾਨੀ, ਤੇ ਪਰ ਉਪਕਾਰ ਦੇ ਵਾਸਤੇ ਸੁੱਖਾਂ ਦੇ ਦਾਤੇ। ਕਾਮ ਰੂਪ ਜੋ ਦੇਸ਼ ਕਹੇ ਹੈ, ਜਿਹਨੂੰ ਕਾਮ ਰੂਪ ਦੇਸ਼ ਕਿਹਾ ਜਾਂਦਾ ਹੈ। ਸ੍ਰੀ ਗੁਰ ਤਾਹ ਪ੍ਰਵੇਸ਼ ਭਏ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਪ੍ਰਵੇਸ਼ ਹੋ ਗਏ, ਜਿਹਨੂੰ ਅਸਾਮ ਇਹ ਬੰਗਾਲ ਇਹ ਇਲਾਕਾ ਸੀ, ਇਹਨੂੰ ਕਾਮ ਰੂਪ ਦੇਸ਼ ਜਿਹੜਾ ਹੈ ਪ੍ਰਾਤਨ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਇੱਥੇ ਤੱਕ ਜੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ। ਪ੍ਰਥਮ ਮਹੱਲੇ ਪਹਿਲੇ ਮਹੱਲੇ ਦੇ ਕਾਂਸੀ ਪਟਣਾ ਜਗਨਨਾਥ ਪ੍ਰਸੰਗ ਵਰਣਨ। ਕਾਂਸੀ ਜਾਣਾ, ਪਟਣੇ ਜਾਣਾ, ਜਗਨਨਾਥਪੁਰੀ ਜਾਣਾ, ਇਹ ਪ੍ਰਸੰਗ ਵਰਣਨ ਕੀਤੇ। ਨਾਮ 28ਵਾਂ ਮੰਦਰ ਹੈ। ਇਹ ਭਾਈ 28ਵੇਂ ਘਰ ਦਾ ਹੈ ਪ੍ਰਸੰਗ ਹਨ ਦੋਹਰਾ। ਅੱਗੇ 29ਵੇਂ ਘਰ ਦੇ ਪ੍ਰਸੰਗ ਦੱਸਦੇ ਹਨ। ਪਾਵਨ ਜਿਨ ਕੇ ਚਰਤ ਹੈ, ਗੁਰ ਨਾਨਕ ਸੁਖ ਸਾਰ। ਜਿਨ੍ਹਾਂ ਦੇ ਭਾਈ ਪਵਿੱਤਰ ਕੌਤਕ ਨੇ, ਧੰਨ ਗੁਰੂ ਨਾਨਕ ਦੇ ਮਹਾਰਾਜ ਸੁੱਖਾਂ ਦੀ ਸਾਰ ਸਤਿਗੁਰੂ। ਔਗਣ ਹਾਰੇ ਤਾਰ ਹੈ, ਕੈ ਨਰ ਹੋਇ ਕੈ ਨਾਰ। ਐਸੇ ਗੁਰੂ ਨਾਨਕ ਦੇਵ ਜੀ ਔਗਣ ਹਾਰਿਆਂ ਨੂੰ ਸਭ ਨੂੰ ਤਾਰਦੇ ਐ। ਕੈ ਨਰ ਹੋਇ ਕੈ ਨਾਰ, ਭਾਵੇਂ ਉਹ ਪੁਰਸ਼ ਹੋਵੇ ਭਾਵੇਂ ਭਾਈ ਇਸਤਰੀ ਹੋਵੇ। ਸਵਈਆ ਕਾਬਰੂ ਦੇਸ਼ ਕੀਓ ਪ੍ਰਵੇਸ਼। ਕਾਬਰੂ ਦੇਸ਼ ਕਾਮ ਦੇਸ਼ ਦੇ ਵਿੱਚ ਮਹਾਰਾਜ ਨੇ ਪ੍ਰਵੇਸ਼ ਕੀਤਾ। ਭਲੇ ਦਰਵੇਸ਼ ਕੋ ਬੇਸ ਬਨਾਏ, ਔਰ ਭਲੇ ਦਰਵੇਸ਼ਾਂ ਵਾਲਾ ਮਹਾਰਾਜ ਨੇ ਬੇਸ ਭੇਖ ਬਣਾਇਆ ਹੋਇਆ ਹੈ। ਮੰਤਰਨ ਜੰਤਰਨ ਤੰਤਰਨ ਕੀ ਨਿਧ, ਮੰਤਰਾਂ ਜੰਤਰਾਂ ਤੰਤਰਾਂ ਦੀ ਜਿਹੜੀ ਹੈ ਨਿਧ ਇੱਥੇ ਬਹੁਤ ਜ਼ਿਆਦੇ ਜਿਹੜਾ ਹੈ, ਇਉਂ ਜਾਣੋ ਭਾਈ ਖਜ਼ਾਨਾ ਹੀ ਸੀ, ਸਮੁੰਦਰ ਹੀ ਸੀ ਇੱਥੇ। ਮੰਤਰ ਕਰਨੇ, ਜੰਤਰ ਕਰਨੇ, ਤੰਤਰ ਕਰਨੇ, ਇਸ ਵੱਖ-ਵੱਖ ਇਹਦੇ ਰੂਪ ਹਨ। ਜੋਰ ਸੀ ਮੰਤਨ ਕੋ ਜੇ ਥਾਏ, ਇਹ ਉਹ ਜਗ੍ਹਾ ਜਿੱਥੇ ਮੰਤਰਾਂ ਦਾ ਬਹੁਤ ਜ਼ੋਰ ਸੀ। ਆਏ ਗਇਓ ਧਨ ਪੁਰ ਨਗਰਾ ਗੁਰ, ਤੋ ਆ ਗਏ ਧਨ ਬਹੁਤ ਮਾਈਆਂ ਹੋਰ ਨਗਰ ਦੇ, ਜਿੱਥੇ ਗੁਰੂ ਸਾਹਿਬ ਆ ਗਏ। ਬੈਸ ਗਏ ਤਰ ਕੀ ਇੱਕ ਛਾਏ, ਇੱਥੇ ਮਹਾਰਾਜ ਇੱਕ ਦਰਖਤ ਦੇ ਹੇਠਾਂ ਬੈਠ ਗਏ। ਬੀਤ ਮਹੂਰਤ ਏਕ ਗਇਓ, ਤੇ ਇੱਕ ਗੁਰਮੁਖੋ ਮਹੂਰਤ ਭਾਵ 2 ਘੜੀਆਂ ਬੀਤ ਗਈਆਂ। ਮਰਦਾਨੇ ਤਬੈ ਮੁਖ ਵਾਕ ਅਲਾਏ, ਤੇ ਮਰਦਾਨੇ ਨੇ ਫਿਰ ਸਤਿਗੁਰਾਂ ਨੂੰ ਇਹ ਬੇਨਤੀ ਕੀਤੀ। ਆਏ ਸਦੇਵੋ ਜਾਵੋ ਮੈਂ ਪੁਰ, ਮਹਾਰਾਜ ਜੀ ਆਗਿਆ ਦੇਵੋ ਮੈਂ ਨਗਰ ਵਿੱਚ ਜਾਵਾਂ। ਹੇਰ ਆਹਾਰ ਕਰੋ ਇਹ ਥਾਨਾ, ਤੇ ਵੇਖ ਕੇ ਮਹਾਰਾਜ ਇਹ ਜਗ੍ਹਾ ਮੈਂ ਭੋਜਨ ਕਰਿਆ ਵਾਂ, ਅੰਨ ਪਾਣੀ ਛਕਿਆ ਵਾਂ। ਭੂਰ ਛੁਦਾ ਮੁਝ ਲਾਗ ਰਹੀ, ਤੇ ਮਹਾਰਾਜ ਐਸੀ ਮਾਇਆ ਵਰਤਾਉਂਦੇ ਸੀ। ਮਿੰਟਾਂ ਸਕਿੰਟਾਂ 'ਚ ਮਰਦਾਨੇ ਨੇ ਰੌਲਾ ਪਾ ਲੈਣਾ, ਮਹਾਰਾਜ ਮੈਂ ਤਾਂ ਜਾਨ ਨਿਕਲਦੀ ਹੈ, ਮਰਦਾ, ਮੈਨੂੰ ਭੁੱਖ ਲੱਗੀ। ਤੇ ਉਹ ਇਹੋ ਜਿਹੀ ਖੇਡ ਮਹਾਰਾਜ ਨੇ ਜਦੋਂ ਭਲਾ ਕਰਨਾ ਹੁੰਦਾ ਸੀ ਵਰਤਾਉਣੀ। ਕਹਿਣ ਲੱਗਿਆ ਭੂਰ ਛੁਦਾ ਮੁਝ ਲਾਗ ਰਹੀ, ਮੈਨੂੰ ਮਹਾਰਾਜ ਬਹੁਤ ਭੁੱਖ ਲੱਗ ਰਹੀ ਹੈ। ਨਹਿ ਕੂਰ ਕਹੋ ਤੁਮਰੇ ਅਗਵਾਨਾ, ਮਹਾਰਾਜ ਤੁਹਾਡੇ ਅੱਗੇ ਮੈਂ ਝੂਠ ਨਹੀਂ ਕਹਿੰਦਾ ਹਾਂ।
ਸ੍ਰੀ ਮੁਖ ਵਾਕ ਕਹੇ ਤੇ ਸੋ। ਸੁਹਾਏ ਮਨ ਮੁਖ ਤੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਨਹਿ ਜਾਵੋ ਜਾਂ ਪੁਰ ਮੈਂ ਮਰਦਾਨਾ। ਭਾਈ ਮਰਦਾਨਿਆ ਤੂੰ ਇਸ ਨਗਰ ਵਿੱਚ ਨਾ ਜਾ। ਜਾਨ ਹਿਰਦੇ ਦੁਖ ਦਾਨ ਸਥਾਨ। ਇਹ ਜਾਣ ਲੈ ਹਿਰਦੇ ਵਿੱਚ ਕਿ ਜਿਹੜਾ ਸਥਾਨ ਹੈ ਨਾ, ਇਹ ਨਗਰ ਹੈ ਦੁੱਖ ਦੇਣ ਵਾਲਾ ਹੈ। ਨਾ ਲਾਇਕ ਜਾਨ ਕੇ ਮਾਨ ਸਜਾਨਾ। ਸਿਆਣੇ ਪੁਰਸ਼ਾ ਸਾਡੀ ਗੱਲ ਮੰਨ ਜਾਣ ਦੇ ਲਾਇਕ ਨਹੀਂ। ਪੁਰ ਤੇ ਬਰ ਜੋ ਡਰਦੇ ਔਰ ਕੋ। ਮਹਾਰਾਜ ਪੁਰ ਤੇ ਬਰ ਜੋ ਡਰਦੇ ਔਰ ਕੋ। ਮਹਾਰਾਜ ਜੀ ਫਿਰ ਤੁਸੀਂ ਨਗਰ ਵਿੱਚ ਜਾਣ ਤੋਂ ਵੀ ਵਰਜਦੇ ਹੋ ਕਿ ਨਗਰ ਵਿੱਚ ਨਾ ਜਾ, ਤੇ ਮੈਨੂੰ ਡਰਾਉਂਦੇ ਵੀ ਹੋ ਹਿਰਦੇ ਵਿੱਚ। ਮੁਝ ਨਾ ਬਰ ਆਪ ਕਹੂੰ ਕੁਛ ਖੁਆਹ। ਪੁਰ ਤੇ ਬਰ ਜੋ ਡਰਦੇ ਔਰ ਕੋ ਮੁਝ। ਇੱਥੇ ਨਾ ਤੋਂ ਬਾਅਦ ਵਿਸ਼ਰਾਮ ਹੈ। ਪੁਰ ਤੇ ਬਰ ਜੋ ਡਰਦੇ ਔਰ ਕੋ ਮੁਝ ਨਾ। ਮਹਾਰਾਜ ਜੀ ਤੁਸੀਂ ਨਗਰ ਤੋਂ ਜਾਣ ਤੋਂ ਮੈਨੂੰ ਵਰਜਦੇ ਹੋ, ਇਹ ਮੈਨੂੰ ਤੁਸੀਂ ਐਵੇਂ ਡਰ ਜਾ ਨਾ ਦੇਵੋ, ਮੈਨੂੰ ਭੁੱਖ ਲੱਗੀ ਹੈ। ਬਰ ਆਪ ਕਹੂੰ ਕੁਛ ਖੁਆਹ। ਤੇ ਇੱਥੇ ਨਾ ਨੂੰ ਜੇ ਇੱਧਰ ਜੋੜ ਨਾ ਬਰ। ਮਹਾਰਾਜ ਜੀ ਤੁਸੀਂ ਤੇ ਹੁਣ ਬਾਹਰ ਆਪ ਤੁਹਾਡੇ ਕੋਲੇ ਵੀ ਇਸ ਸਮੇਂ ਕੁਝ ਖਾਣ ਵਾਸਤੇ ਨਹੀਂ ਹੈ, ਤੇ ਮੈਨੂੰ ਭੁੱਖ ਲੱਗੀ ਹੈ, ਦੱਸੋ ਕੀ ਕਰਾਂ। ਕਰ ਆਏ ਆਹਾਰ ਨਾਹੇ ਕਰ ਨਾ ਕਰ। ਮਹਾਰਾਜ ਜੀ ਹੇ ਕਿਰਪਾ ਕਰੋ, ਜਦੋਂ ਕੋਈ ਹੱਥ ਵਿੱਚ ਭੋਜਨ ਪਦਾਰਥ ਹੀ ਨਹੀਂ ਆਊ, ਹੇ ਕਰ ਨਾ ਕਰ। ਹੇ ਕਿਰਪਾ ਕਰਨ ਵਾਲੇ ਸਤਿਗੁਰੂ, ਕਿਉਂ ਘਰ ਬਾਹਰ ਮੈਂ ਨਿਰਬਾਹ। ਫਿਰ ਦੱਸੋ ਮਹਾਰਾਜ ਬਾਹਰ ਮੇਰਾ ਨਿਰਵਾਹ ਕਿਵੇਂ ਹੋਊ ਨਗਰ ਤੋਂ? ਇੱਥੇ ਬੈਠਿਆ ਮੈਂ ਕਿਵੇਂ ਬਚਾਂਗਾ? ਬਿਨ ਭੋਜਨ ਤੇ ਤਨ ਹਾਨ ਬਨੇ। ਬਿਨਾ ਭੋਜਨ ਤੋਂ ਮੇਰਾ ਤੇ ਸਰੀਰ ਕਮਜ਼ੋਰ ਬਣਦਾ ਹੈ। ਹਠ ਕੈ ਲਗ ਹੋਂ ਕਰ ਹੋਂ ਮਨ ਮਾਹਾ। ਮਹਾਰਾਜ ਜੀ ਇਉਂ ਹੱਠ ਦੇ ਵਿੱਚ ਲੱਗਿਆ, ਇਹ ਸਾਰਾ ਕੁਝ ਕਰ ਹੋਂ ਮਨ ਮਾਹਾ। ਮੈਂ ਮਨ ਵਿੱਚ ਇਹ ਕਰ ਰਿਹਾ, ਹੱਠ ਕਰਕੇ ਮੈਂ ਟਾਈਮ ਲੰਘਾ ਰਿਹਾ, ਪਰ ਸਰੀਰ ਮੇਰਾ ਭੋਜਨ ਬਿਨਾ ਵਿਆਕਲ ਹੋ ਰਿਹਾ ਹੈ। ਅਬ ਜਾਵਹੂੰ ਹਿਤ ਆਹਾਰ ਕੇ ਖਾਵਹੂੰ। ਮਹਾਰਾਜ ਭੁੱਖ ਲੱਗੀ ਅੰਨ ਪਾਣੀ ਦੇ ਵਾਸਤੇ, ਪ੍ਰਸ਼ਾਦਾ ਛਕਣ ਲਈ ਮੈਂ ਜਾਵਾਂ ਛਕਿਆਵਾਂ। ਭੂਖ ਮਿਟਾਏ ਅਬੋ ਤੁਮ ਪਾਹਾ। ਮਹਾਰਾਜ ਮੈਂ ਹੁਣੇ ਮੁੜਿਆ ਭੁੱਖ ਮਿਟਾ ਕੇ ਤੁਹਾਡੇ ਕੋਲੇ ਆ ਜਾਵਾਂਗਾ। ਕਬਿਤ ਯਹੁ ਕਹਿ ਮਰਦਾਨਾ ਪੁਰ ਮਧ ਮੈਂ ਪਿਆਨਾ। ਇਹ ਕਹਿ ਕੇ ਫਿਰ ਭਾਈ ਮਰਦਾਨਾ ਨਗਰ ਵਿੱਚ ਚਲਿਆ ਗਿਆ। ਤਬ ਗਇਓ ਏਕ ਥਾਨ ਤਿਨ ਲੈਨ ਕੇ ਆਹਾਰਿਆ। ਇੱਕ ਜਗ੍ਹਾ ਭਾਈ ਭੋਜਨ ਲੈਣ ਵਾਸਤੇ ਪਹੁੰਚਿਆ। ਬੈਸੀ ਚਾਰ ਨਾਰ ਚਾਰ ਨੈਣ ਸੋ ਨਿਹਾਰ ਇਸ। ਬੈਸੀ ਚਾਰ ਨਾਰ, ਚਾਰ ਦਾ ਅਰਥ ਸੁੰਦਰ ਵੀ ਹੈ, ਚਾਰ ਦਾ ਅਰਥ ਚਾਰ ਗਿਣਤੀ ਵੀ ਹੈ। ਇੱਥੇ ਹੁਣ ਪਹਿਲੇ ਅਰਥ ਆ ਗਏ ਚਾਰ। ਬੈਸੀ ਚਾਰ ਨਾਰ, ਚਾਰ ਇਸਤਰੀਆਂ ਬੈਠੀਆਂ। ਚਾਰ ਨੈਣ ਸੋ ਨਿਹਾਰ, ਸੋਹਣੇ ਨੇਤਰਾਂ ਨਾਲ ਵੇਖਦੀਆਂ। ਇਸ ਬਚਨ ਪਰਸ ਪਰ ਵਿਵਿਧ ਉਚਾਰਿਆ। ਤੇ ਆਪਸ ਵਿੱਚ ਭਾਈ ਵਿਵਿਧ, ਇਹਨਾਂ ਨੇ ਪਰਸ ਪਰ ਵਿਵਿਧ ਕਈ ਤਰ੍ਹਾਂ ਦੇ ਜਿਹੜੇ ਆ ਇੱਕ ਦੂਜੇ ਨਾਲ ਗੱਲਾਂ ਕਹੀਆਂ। ਏਕ ਕਹਿ ਮੇਰੋ ਇਹ, ਦੂਜੀ ਕਹਿ ਮੀਤ ਮੋਹੇ। ਇੱਕ ਕਹਿੰਦੀ ਵੀ ਇਹ ਤਾਂ ਮੇਰੇ ਕੋਲੇ ਆਇਆ, ਦੂਜੀ ਕਹਿੰਦੀ ਨਹੀਂ ਇਹ ਮੇਰਾ ਮਿੱਤਰ ਹੈ। ਤੀਜੀ ਕਹਿ ਪੂਰਬ ਮੈਂ ਤੁਮ ਤੇ ਨਿਹਾਰਿਆ। ਤੇ ਤੀਜੀ ਕਹਿੰਦੀ ਦੇਖੋ ਮੈਂ ਤੁਹਾਤੋਂ ਸਭ ਤੋਂ ਪਹਿਲਾਂ ਇਹਨੂੰ ਵੇਖ ਲਿਆ ਸੀ। ਚੌਥੀ ਉਠ ਤਾਤ ਕਾਲ ਤੰਤ ਗੇਰ ਗਰੀਬ ਮਾਹੇ। ਜਿਹੜੀ ਚੌਥੀ ਸੀ ਉਹ ਉੱਠੀ ਤੁਰੰਤ ਹੀ। ਇੱਕ ਤੰਤ, ਜਿਹੜਾ ਤੰਤਰ ਹੁੰਦਾ ਜਿਵੇਂ ਧਾਗਾ ਕਰਕੇ ਕਿਸੇ ਨੂੰ ਦੁਨੀਆ ਦੇ ਦਿੰਦੀ, ਇਹਨੂੰ ਤੰਤਰ ਵਿਦਿਆ ਕਹਿੰਦੇ ਆ। ਖੋਟੇ ਜੇ ਮੰਤਰਾਂ ਨਾਲ ਜਿਹੜਾ ਬਣਾਇਆ ਭਾਵ, ਉਹਨੇ ਛੇਤੀ ਦੇ ਨਾਲ ਜਿਹੜਾ ਧਾਗਾ ਸੀ, ਇੱਕ ਤੰਤਰ ਗੇਰ ਗਰੀਬ ਮਾਹੇ। ਤੰਤਰ ਸੂਤ ਮੁੰਦਰਿਆ ਹੋਇਆ, ਤੇ ਜੰਤਰ ਹੁੰਦਾ ਜਿਵੇਂ ਕਾਗਜ਼ ਤੇ, ਮੰਤਰ ਹੁੰਦਾ ਮੂੰਹ ਨਾਲ। ਇੱਕ ਤਾਂ ਧਾਗਾ ਉਹ ਗੰਢਾਂ ਜੀਆਂ ਦੇ ਦੇ ਕੇ ਨਹੀਂ ਆ ਕਈ ਬੰਨ ਦਿੰਦੇ ਆ ਡੋਲੇ, ਉਹਨੂੰ ਤੰਤਰ ਵਿਦਿਆ। ਇਹ ਕਾਗਜ਼ ਤੇ ਲਿਖ ਕੇ ਕੁਛ ਮੜ ਕੇ ਦੇਤਾ,
ਉਹਨੂੰ ਕਹਿੰਦੇ ਜੰਤਰ ਵਿਦਿਆ। ਇੱਕ ਮੂੰਹ ਫੂਕਾਂ ਜਾਂ ਮਾਰ ਮਾਰ ਕੇ ਕਰਤੂ ਨੂੰ ਕਹਿੰਦੇ ਮੰਤਰ ਵਿਦਿਆ। ਤੇ ਇਹ ਜਿਹੜਾ ਹੈ ਉਸਨੇ ਤੰਤਰ ਜਿਹੜਾ ਹੈ, ਤੰਤਰ ਗੇਰ ਚੌਥੀ ਉਠ ਤਾਤ ਕਾਲ ਤੰਤ ਗੇਰ ਗਰੀਬ ਮਾਹੀ। ਗਰੀਬ ਨਾਮ ਹੈ ਗਲੇ ਦਾ, ਉਹ ਚੌਥੀ ਤੁਰੰਤ ਉੱਠੀ। ਇੱਕ ਤੰਤਰ ਧਾਗਾ ਜਿਹੜਾ ਹੈ ਉਹਦੇ ਗਲ ਵਿੱਚ ਪਾ ਲਿਆ। ਭਾਈ ਮਰਦਾਨੇ ਦੇ ਲੀਨੋ ਕਰ ਮੇਢਾ ਦਾਮ ਡਾਰ ਬੰਦ ਡਾਰਿਆ। ਤੇ ਉਸੇ ਸਮੇਂ ਮੇਢਾ ਬਣਾਤਾ, ਭੇਡੂ ਬਣਾਤਾ, ਰੱਸੀ ਪਾ ਕੇ ਬੰਦ ਕਰਕੇ, ਭਾਵ ਜਿਵੇਂ ਕਿੱਲੇ ਨਾਲ ਬੰਨ ਦਿੰਦੇ ਆ ਬੰਨ ਦਿੱਤਾ ਹੈ। ਸਵਈਆ ਭਾ ਮਰਦਾਨਾ ਪੂਰਬ ਸੂਰਤ। ਤੇ ਭਾਈ ਮਰਦਾਨਾ ਬਹੁਤ ਜ਼ਿਆਦੇ ਝੂਰਦਾ ਹੈ। ਧੂਰਤ ਕੀਨ ਮੈਂ ਥੋ ਅਨਜਾਨਾ। ਇਉਂ ਕਹਿੰਦਾ ਹੈ ਧੂਰਤ, ਕਹਿੰਦਾ ਮਹਾਰਾਜ ਝੂਰਦਾ ਮੈਂ ਬੇਸਮਝ ਕਪਟੀ ਜਿਹਾ ਬਣਿਆ, ਅਣਜਾਣ ਬਣ ਗਿਆ। ਨਾਨਕ ਬੈਨ ਨਾ ਮਾਨੇ ਮਨੰ ਦੁੱਖ। ਨਾਨਕ ਬੈਨ ਨਾ ਮਾਨੇ ਮਨੰ। ਮੈਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਮਨ ਵਿੱਚ ਬਚਨ ਨਹੀਂ ਮੰਨੇ। ਦੁੱਖ ਜਾਂ ਤੇ ਸਹਾਰ ਹੋ ਆਪਣੇ ਪ੍ਰਾਨਾ। ਮੈਂ ਆਪਣੇ ਪ੍ਰਾਣਾ ਵਿੱਚ ਇਸ ਕਰਕੇ ਹੁਣਾ ਦੁੱਖ ਸਹਾਰ ਰਿਹਾ। ਯੋ ਨਹਿ ਤਹਿ ਕੇ ਹੈ ਮਾਨਤ ਬੈਨ ਕੋ। ਮਹਾਰਾਜ ਦੁਆਰੇ ਇਹ ਕਹਿ ਕੇ ਫਿਰ ਕਹਿੰਦਾ ਹੈ ਵੀ ਜਿਹੜੇ ਵੀ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਦੇ ਬਚਨਾਂ ਨੂੰ ਨਹੀਂ ਨਾ ਮੰਨਦੇ ਹਨ, ਪ੍ਰਾਪਤ ਹੋਇ ਦੁੱਖ ਮੋਹੇ ਸਮਾਨਾ। ਉਹਨਾਂ ਨੂੰ ਵੀ ਮੇਰੇ ਵਾਂਗੂ ਦੁੱਖ ਹੀ ਪ੍ਰਾਪਤ ਹੁੰਦੇ ਹਨ। ਦੇਸ ਨਿਕੇਤ ਕਹਾਂ ਹਮਰੋ ਕਿਤ। ਮੇਰਾ ਦੇਸ਼ ਨਗਰ ਘਰ ਦੇਖੋ ਕਿੱਡੀ ਦੂਰ ਹੈ। ਆਨ ਫਸੇ ਪਰਦੇਸ ਸਥਾਨਾ। ਇਹ ਪ੍ਰਦੇਸ਼ ਸਥਾਨ ਆ ਕੇ ਮੈਂ ਫਸ ਗਿਆ ਹਾਂ। ਦੋਹਰਾ ਹੇ ਸਤਿਗੁਰ ਆਪਣਾ ਬਿਰਦ। ਹੇ ਸਤਿਗੁਰ ਜੀ ਆਪਣਾ ਬਿਰਦ ਸੰਭਾਰੋ ਨਾਥ। ਹੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਮਹਾਰਾਜ ਮਾਲਕ ਗਰੀਬ ਨਵਾਜ ਜੀ, ਆਪਣਾ ਬਿਰਦ ਸੰਭਾਲੋ ਜੀ। ਦਾਸ ਆਪਣਾ ਜਾਣ ਕੈ ਪਕੜ ਬਚਾਵੋ ਹਾਥ। ਮੈਨੂੰ ਮਹਾਰਾਜ ਆਪਣਾ ਸੇਵਕ ਜਾਣ ਕੇ ਮੇਰਾ ਹੱਥ ਫੜ ਕੇ ਮੈਨੂੰ ਇੱਥੋਂ ਬਚਾ ਲਓ ਜੀ। ਸਵਈਆ ਦੋਏ ਮਹੂਰਤ ਬੀਤ ਗਏ ਜਬ। ਜਦੋਂ ਗੁਰਮੁਖੋ 2 ਮਹੂਰਤ ਬੀਤ ਗਏ ਨਾ, ਘੜੀਆਂ ਕੁਝ ਗੁਜ਼ਰੀਆਂ ਹਨ। ਸ੍ਰੀ ਗੁਰ ਬੈਨ ਕਹੈ ਸੁਨ ਬਾਲਾ। ਗੁਰੂ ਮਹਾਰਾਜ ਬਚਨ ਕਹਿੰਦੇ ਭਾਈ ਬਾਲਾ ਸੁਣ। ਆਨੈ ਤਾਹੇ ਅਬੈ ਚੱਲ ਕੇ ਉਠ। ਆਨੈ ਤਾਹੇ ਮਹਾਰਾਜ ਕਹਿਣ ਲੱਗੇ ਵੀ ਦੇਖ ਭਾਈ ਮਰਦਾਨੇ ਨੂੰ ਲੈ ਕੇ ਆਉਣਾ ਆਪਾਂ, ਹੁਣੇ ਹੀ ਉੱਠ ਕੇ ਖੜਾ ਹੋ ਜਾ, ਚੱਲੀਏ। ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਠਾੜ ਭਏ ਸੁਖ ਦਾ ਤਤਕਾਲਾ। ਇਉਂ ਤੁਰੰਤ ਹੀ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਖੜੇ ਹੋ ਗਏ। ਹੈ ਕਹਿ ਥਾਨ ਚੱਲੇ ਕੇ ਵਿਆਪ। ਭਾਈ ਬਾਲਾ ਕਹਿੰਦਾ ਮਹਾਰਾਜ ਉਹ ਹੈ ਕਿੱਥੇ ਤੇ ਤੁਸੀਂ ਕਿੱਥੇ ਕਿਵੇਂ ਚੱਲੇ ਹੋ? ਬਤਾਵੋ ਮੋਹੇ ਸੁਥਾਏ ਕਿਰਪਾਲਾ। ਹੇ ਕਿਰਪਾਲੂ ਸਤਿਗੁਰੂ ਜੀ। ਭਾਈ ਬਾਲਾ ਕਹਿੰਦਾ ਮੈਨੂੰ ਵੀ ਕਿਰਪਾ ਕਰਕੇ ਦੱਸੋ। ਮੇਢਕ ਏਂਡਕ ਕੀਨ ਭਇਓ ਮਨ ਦੀਨ। ਏਂਡਕ ਮਹਾਰਾਜ ਕਹਿਣ ਲੱਗੇ ਭਾਈ ਬਾਲਿਆ ਉਸ ਨੂੰ ਜਿਹੜਾ ਏਂਡਕ ਬਣਾ ਲਿਆ। ਏਂਡਕ ਸ਼ਬਦ ਵੀ ਹੈ ਤੇ ਇਹ ਇਸ ਤਰ੍ਹਾਂ ਜਿਹੜਾ ਮੇਢਾ ਵੀ ਕਹਿੰਦੇ ਨੇ ਜਾਂ ਮੇਢਕ ਮੇਢਾ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਬਾਲਿਆ ਭਾਈ ਮਰਦਾਨੇ ਨੂੰ ਇੱਥੇ ਜਾਦੂ ਮੰਤਰਾਂ ਜੰਤਰਾਂ ਦੇ ਨਾਲ ਭੇਡੂ ਬਣਾ ਲਿਆ। ਏਂਡਕ ਕੀਨ ਭਇਓ ਮਨ ਦੀਨ। ਬਹੁਤ ਨਿਮਾਣਾ ਹੋਇਆ। ਕੁਮੰਤਰਨ ਸੋ ਤਿਨ ਬੰਧਨ ਘਾਲਾ। ਖੋਟੇ ਜੇ ਮੰਤਰਾਂ ਨਾਲ ਨਾ ਭਾਈ ਮਰਦਾਨੇ ਨੂੰ ਭੇਡੂ ਬਣਾ ਕੇ ਬੰਨਿਆ ਹੋਇਆ। ਭਾਈ ਬਾਲਿਆ ਹੁਣ ਉਹਨੂੰ ਛੁਡਾ ਕੇ ਲਿਆਉਣਾ ਹੈ। ਚੱਲ ਨਾਲੇ ਉਹਨਾਂ ਦਾ ਵੀ ਭਲਾ ਕਰਕੇ ਆਉਣਾ ਹੈ। ਇਹ ਆ ਕਿਹੜੇ ਮੰਤਰਾਂ 'ਚ ਪੈ ਗਏ? ਇਹ ਮੰਤਰ ਖੋਟੇ ਐ। ਜੇ ਤੁਸੀਂ ਜਪਣਾ ਹੈ
ਤਾਂ ਗੁਰ ਮੰਤਰ ਜਪੋ, ਵਾਹਿਗੁਰੂ ਵਾਹਿਗੁਰੂ ਜਪੋ। ਆਓ ਟਾਈਮ ਹੋ ਗਿਆ ਹੈ ਸਮਾਪਤੀ ਦਾ। ਇਸ ਤੋਂ ਅੱਗੇ ਕੱਲ ਆਪਾਂ ਵਿਚਾਰ ਕਰਾਂਗੇ। ਭੁੱਲ ਚੁੱਕ ਦੀ ਖਿਮਾ, ਸਾਰੇ ਹੀ ਜਪੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।